ਸਾਰਿਆਂ ਨੂੰ ਸਲਾਮ। ਔਰ ਅੱਜ ਦਾ ਸਬਤ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਤੁਸੀਂ ਸਾਰੇ ਜਾਣਦੇ ਆ ਕਿ ਆਪਾਂ ਪਿਛਲੇ ਸਮੇਂ ਤੋਂ ਜਿਹੜਾ ਵਾ ਉਹ ਸਬਤ ਦੇ ਬਾਰੇ ਆਪਾਂ ਸਿੱਖ ਰਹੇ ਹਾਂ। ਜਿਵੇਂ ਕਿ ਅਸੀਂ ਸਿੱਖਦੇ ਇੱਥੋਂ ਤੱਕ ਪਹੁੰਚ ਗਏ ਕਿ ਹੁਣ ਸਬਤ ਦੇ ਬਾਰੇ ਲੋਕਾਂ ਦੇ ਕੀ ਜਿਹੜੇ ਆ ਉਹ ਸਵਾਲ ਹੁੰਦੇ ਆ। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਇਹ ਆ ਕਿ ਸੱਚਮੁੱਚ ਜਿਹੜਾ ਵਾ ਵਿਵਸਥਾ ਬਦਲ ਦਿੱਤੀ ਗਈ ਸੀ। ਅਸੀਂ ਹੁਣ ਕਰ ਰਹੇ ਹਾਂ ਨਾ ਜਿਹੜਾ ਵਿਵਸਥਾ ਦੇ ਬਾਰੇ ਜਾਂ ਸਬਤ ਦੇ ਬਾਰੇ ਅਸੀਂ ਜਿਹੜਾ ਉਹ ਸਿੱਖ ਰਹੇ ਹਾਂ। ਸਾਰਿਆਂ ਤੋਂ ਪਹਿਲਾਂ ਜਿਹੜਾ ਅਸੀਂ ਸਿੱਖਿਆ ਸੀ ਵਿਅਸਤ ਜੀਵਨ ਦੇ ਵਿੱਚ ਆਰਾਮ ਦੀ ਜ਼ਰੂਰਤ, ਫਿਰ ਆਰਾਮ ਕਰਨ ਤੋਂ ਇਨਕਾਰ ਕਰਨਾ, ਫਿਰ ਸਿੱਖਿਆ ਅਸੀਂ ਆਰਾਮ ਕਰਨ ਤੋਂ ਇਨਕਾਰ ਕਿਉਂ ਕਰਦੇ ਹਾਂ, ਫਿਰ ਸਿੱਖਿਆ ਮੇਰੇ ਕੋਲ ਆਓ। ਉਸ ਤੋਂ ਬਾਅਦ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜਿਹੜਾ ਉਹ ਸਿੱਖਿਆ ਸਬਤ ਦਾ ਵਿਸ਼ਰਾਮ। ਉਸ ਤੋਂ ਬਾਅਦ ਜਿਹੜਾ ਲਾਸਟ ਜਿਹੜਾ ਵਾ ਸਬਤ ਅਸੀਂ ਪਿਛਲੇ ਸਬਤ ਜਿਹੜਾ ਉਹ ਸਿੱਖਿਆ ਸੀ ਕਿ ਸਬਤ ਸਿਰਫ ਯਹੂਦੀਆਂ ਦੇ ਲਈ ਆ। ਤੇ ਅੱਜ ਅਸੀਂ ਜਿਹੜਾ ਇਹ ਸਿੱਖਾਂਗੇ ਕਿ ਸੱਚਮੁੱਚ ਪਰਮੇਸ਼ਵਰ ਨੇ ਵਿਵਸਥਾ ਨੂੰ ਜਿਹੜਾ ਵਾ ਉਹ ਖਤਮ ਕਰ ਦਿੱਤਾ ਸੀ। ਸੱਚਮੁੱਚ ਪਰਮੇਸ਼ਵਰ ਨੇ 10 ਆਗਿਆਵਾਂ ਨੂੰ ਖਤਮ ਕਰ ਦਿੱਤਾ ਸੀ। ਤੇ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਕੀ ਆ ਕਿ ਬਹੁਤ ਸਾਰੇ ਪ੍ਰਚਾਰਕ ਜਦੋਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਦੇ ਆ, ਪਤਾ ਨਹੀਂ ਕਿਸ ਗੱਲ ਦੇ ਕਰਕੇ ਜਾਂ ਕੀ ਕਾਰਨ ਆ ਉਹਨਾਂ ਨੂੰ ਪਰਮੇਸ਼ਵਰ ਦੀ ਸੱਚਾਈ ਸ਼ਾਇਦ ਹੁਣ ਤੱਕ ਸਮਝ ਨਹੀਂ ਆਈ, ਜਿਹੜਾ ਕਿ ਉਹ ਸੱਚਾਈ ਦਾ ਪ੍ਰਚਾਰ ਨਹੀਂ ਕਰ ਪਾ ਰਹੇ। ਤੇ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਝ ਸੱਚਾਈਆਂ ਜਿਹੜੀਆਂ ਨੇ ਉਹ ਵੇਖਾਂਗੇ ਕਿ ਕੀ ਕਾਰਨ ਆ ਕਿ ਅਸੀਂ ਜਿਹੜਾ ਵਾ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ। ਤੇ ਅੱਜ ਅਸੀਂ ਸਿਰਫ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪਰਮੇਸ਼ਵਰ ਨੇ ਵਿਵਸਥਾ ਨੂੰ ਬਦਲ ਦਿੱਤਾ ਸੀ। ਔਰ ਬਹੁਤ ਸਾਰੇ ਲੋਕ ਜਿਹੜੇ ਕੀ ਕਰਦੇ ਆ ਇਸ ਦਾ ਸੰਬੰਧ ਜਿਹੜਾ ਦੱਸਦੇ ਕਿ ਇਹ ਪ੍ਰਭੂ ਦੇ ਦਿਨ ਦੇ ਨਾਲ ਇਹਨੂੰ ਜੋੜ ਦਿੰਦੇ ਕਿ ਇਹ ਪ੍ਰਭੂ ਦਾ ਦਿਨ ਹੈ। ਤੇ ਪਰਮੇਸ਼ਵਰ ਨੇ ਚਾਹਿਆ ਤਾਂ ਉਸ ਤੋਂ ਅਗਲੇ ਹਫਤੇ ਅਸੀਂ ਦੱਸਾਂਗੇ ਕਿ ਪ੍ਰਭੂ ਦਾ ਦਿਨ ਕਿਹੜਾ ਵਾ। ਲੋਕ ਕਹਿ ਦਿੰਦੇ ਕਿ ਅੱਜ ਦਾ ਦਿਨ ਯਹੋਵਾ ਨੇ ਬਣਾਇਆ ਹੈ ਤੇ ਅੱਜ ਦਾ ਦਿਨ ਹੀ ਕਿਹੜਾ ਵਾ, ਪ੍ਰਭੂ ਦਾ। ਜਿੱਦਣ ਮਰਜ਼ੀ ਹੈ ਸੋਮਵਾਰ ਗੀਤ ਗਾਓ ਤਾਂ ਸੋਮਵਾਰ ਹੀ ਪ੍ਰਭੂ ਦਾ ਦਿਨ ਆ। ਔਰ ਕੀ ਆ ਕਿ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਕੀ ਕੀਤਾ, ਇੱਕ ਰੀਤ ਬਣਾ ਦਿੱਤੀ ਆ ਕਿ ਸਾਡਾ ਜਿਹੜਾ ਰੀਤੀ ਰਿਵਾਜ ਆ, ਸਾਡਾ ਰੀਤ ਕੀ ਆ ਕਿ ਅਸੀਂ ਕਿਦੋਂ ਜਾਣਾ ਹੈ, ਅਸੀਂ ਸਿਰਫ ਸੰਡੇ ਨੂੰ ਹੀ ਬੰਦਗੀ ਕਰਨੀ ਹੈ। ਉਹ ਰੀਤ ਆ ਲੋਕਾਂ ਦੀ। ਤੇ ਅੱਜ ਜਿਹੜਾ ਵਾ ਅਸੀਂ ਇਹ ਸਿੱਖਾਂਗੇ ਕਿ ਪਰਮੇਸ਼ਵਰ ਨੇ ਕੀ ਵਿਵਸਥਾ ਨੂੰ ਖਤਮ ਕਰ ਦਿੱਤਾ। ਬਹੁਤ ਸਾਰੇ ਲੋਕ ਦੱਸਦੇ ਕਿ ਪਰਮੇਸ਼ਵਰ ਨੇ ਵਿਵਸਥਾ ਨੂੰ ਖਤਮ ਕਰ ਦਿੱਤਾ ਸੀ ਪ੍ਰਭੂ ਯਿਸੂ ਮਸੀਹ ਦੀ ਮੌਤ ਤੋਂ ਬਾਅਦ। ਅਸੀਂ ਕੀ ਆ, ਉਹ ਜਿੱਦਣ ਉਹ ਮੁਰਦਿਆਂ ਤੋਂ ਜਿੰਦਾ ਹੋਇਆ ਉਦੋਂ ਅਸੀਂ ਬੰਦਗੀ ਕਰਨ ਲੱਗੇ, ਉਦੋਂ ਅਸੀਂ ਆਰਾਧਨਾ ਕਰਨ ਲੱਗੇ। ਹੁਣ ਅਸੀਂ ਸਬਤ ਦੇ ਵਿੱਚ ਬੰਨੇ ਹੋਏ ਨਹੀਂ ਆ। ਹੁਣ ਅਸੀਂ ਸਬਤ ਦੀ ਆਗਿਆ ਤੋਂ ਕੀ ਆ, ਆਜ਼ਾਦ ਹਾਂ। ਇੱਕ ਚੀਜ਼ ਮੈਂ ਪਿਛਲੇ ਨੇ ਦੱਸੀ ਸੀ ਸਬਤ ਦੇ ਬਾਰੇ, ਕਿਹਨੂੰ ਯਾਦ ਆ ਕਿ ਸਬਤ ਕਿੰਨਾ ਕੁ ਜ਼ਰੂਰੀ ਪਰਮੇਸ਼ਵਰ ਨੇ ਦੱਸਿਆ। 10 ਆਗਿਆਵਾਂ ਪਰਮੇਸ਼ਵਰ ਨੇ ਆਦਮੀ ਨੂੰ ਦਿੱਤੀਆਂ, ਲੇਕਿਨ ਇੱਕ ਹੀ ਆਗਿਆ ਦੇ ਵਿੱਚ ਕੀ ਲਿਖਿਆ, ਯਾਦ ਰੱਖਣਾ। ਹੋਰ ਕਿਸੇ ਆਗਿਆ 'ਚ ਨਹੀਂ ਲਿਖਿਆ ਤੂੰ ਯਾਦ ਰੱਖਣਾ, ਸਿਰਫ ਸਬਤ ਦੀ ਆਗਿਆ ਦੇ ਵਿੱਚ ਲਿਖਿਆ ਹੈ ਤੂੰ ਵਿਸ਼ਰਾਮ दिन को पवित्र मानने के लिए ਸਮਰਨ ਰੱਖਣਾ। ਤੇ ਅੱਜ ਅਸੀਂ ਇਹ ਵੇਖਾਂਗੇ ਕਿ ਪਰਮੇਸ਼ਵਰ ਨੇ ਇਹ ਸਾਨੂੰ ਸਮਰਨ ਰੱਖਣ ਨੂੰ ਕਿਉਂ ਆਖਿਆ ਗਿਆ। ਔਰ ਅਸਲ ਦੇ ਵਿੱਚ ਇਹਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਜਿਹੜਾ ਉਹ ਸਿੱਖਦੇ ਹਾਂ। ਵਿਵਸਥਾ ਜਿਹੜੀ ਆ, ਪਰਮੇਸ਼ਵਰ ਦੀ ਵਿਵਸਥਾ ਹੈ ਕੀ ਚੀਜ਼ ਆ। ਸਾਰਿਆਂ ਤੋਂ ਪਹਿਲਾਂ ਅਸੀਂ ਉਹ ਵਚਨ ਵੇਖਦੇ ਹਾਂ, ਕਿਹੜਾ ਵਚਨ ਜਿਹੜਾ ਵਾ ਸਾਨੂੰ ਪੜ੍ਹਾਇਆ ਜਾਂਦਾ ਵਾ, ਕਿਹੜੇ ਵਚਨ ਜਿਹੜਾ ਸਾਨੂੰ ਦੱਸਿਆ ਜਾਂਦਾ ਕਿ ਆਹ ਵਚਨ ਪੜ੍ਹੋ। ਹੁਣ ਅਸੀਂ ਕੀ ਆ, ਸਬਤ ਦੀ ਆਗਿਆ ਤੋਂ ਕੀ ਆ, ਆਜ਼ਾਦ ਆ। ਬਹੁਤ ਸਾਰੇ ਲੋਕ ਪੜ੍ਹਾਉਂਦੇ ਆ ਜਦੋਂ ਅਸੀਂ ਗੱਲਾਂ ਕਰਦੇ ਆ। ਤੇ ਪੜ੍ਹੀਏ ਕੁਲੂਸੀਆਂ ਦੀ ਕਿਤਾਬ ਔਰ ਉਹਦਾ 2 ਅਧਿਆਏ ਉਹਦਾ 14 ਵਚਨ। ਕੁਲੂਸੀਆਂ ਦੀ ਕਿਤਾਬ 2 ਅਧਿਆਏ ਉਹਦਾ 14 ਔਰ 15 ਵਚਨ ਲਿਖਣਾ ਤੇ ਲਿਖ ਸਕਦੇ ਆ, ਪਰ ਅਸੀਂ 14ਵਾਂ ਵਚਨ ਪੜਾਂਗੇ ਜੇ ਪਹਿਲਾਂ। ਤੇ ਜਿਹਨੂੰ ਮਿਲ ਗਏ ਉਹ ਪੜ੍ਹ ਸਕਦੇ ਆ ਕਿ ਅਸੀਂ ਇੱਥੋਂ ਵੇਖਾਂਗੇ ਕਿ ਪ੍ਰਭੂ ਯਿਸੂ ਮਸੀਹ ਦੀ ਮੌਤ ਨੇ ਇਸ ਸਬਤ ਨੂੰ ਖਤਮ ਕਰ ਦਿੱਤਾ ਸੀ, ਜਾਂ ਪ੍ਰਭੂ ਯਿਸੂ ਮਸੀਹ ਦੀ ਮੌਤ ਨੇ ਵਿਵਸਥਾ ਨੂੰ ਰੱਦ ਕਰ ਦਿੱਤਾ ਸੀ, ਜਾਂ ਇਹ ਖਤਮ ਕਰ ਦਿੱਤੀ ਗਈ ਸੀ। 2 ਅਧਿਆਏ ਉਹਦਾ 14 ਔਰ 15 वचन। और विधियों का मैंने हाँ जी, जो हमारे नाम पर और हमारे विरोध में था, हाँ जी, मिटा डाला। ਕਹਿੰਦਾ ਉਹ ਵਿਧੀਆਂ ਦਾ ਉਹ ਲੇਖ ਜਿਹੜਾ ਕੀ ਆ ਸਾਡੇ ਵਿਰੋਧ ਦੇ ਵਿੱਚ ਸੀ, ਕੀ ਕੀਤਾ, ਮਿਟਾ ਦਿੱਤਾ। हाँ जी, और उसे क्रूस पर
कीलों से जड़कर सामने से हटा दिया। ਹਾਂ ਕਹਿੰਦਾ ਉਹਨੂੰ ਕ੍ਰੋਸ ਦੇ ਉੱਤੇ ਕਿੱਲਾਂ ਦੇ ਨਾਲ ਜੜ ਕੇ ਸਾਹਮਣੇ ਤੋਂ ਕੀ ਕੀਤਾ, ਹਟਾ ਦਿੱਤਾ, ਖਤਮ ਕਰਤਾ। ਹੁਣ ਅਸੀਂ ਕੀ ਆ, ਇਹਨਾਂ 10 ਆਗਿਆਵਾਂ ਦੇ ਬੰਦਿਸ਼ ਦੇ ਵਿੱਚ ਨਹੀਂ ਆ। ਹੁਣ ਅਸੀਂ ਸਬਤ ਦੀ ਜਕੜ ਦੇ ਵਿੱਚ ਨਹੀਂ ਆ। ਹੁਣ ਅਸੀਂ ਸਬਤ ਤੋਂ ਆਜ਼ਾਦ ਆ। ਹੁਣ ਅਸੀਂ ਆਪਣੀ ਮਰਜ਼ੀ ਕਰ ਸਕਦੇ ਆ। ਇਹ ਵਚਨ ਪੜ੍ਹਾ ਕੇ ਜਿਹੜਾ ਵਾ ਉਹ ਦੱਸਿਆ ਜਾਂਦਾ ਵਾ, ਕਿਉਂਕਿ ਅਸੀਂ ਮੈਂ ਖੁਦ ਜਿਹੜਾ ਵਾ ਬਹੁਤ ਸਾਰੇ ਪ੍ਰਚਾਰਕਾਂ ਨੂੰ ਇਹ ਗੱਲ ਕਹਿੰਦੇ ਸੁਣਿਆ ਕਿ ਪਰਮੇਸ਼ਰ ਨੇ ਇਸ ਵਿਵਸਥਾ ਨੂੰ ਕੀ ਕਰਤਾ, ਖਤਮ ਕਰ ਦਿੱਤਾ। ਔਰ ਜਿਹੜਾ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵੇਖਦੇ ਆ ਵੀ ਪਹਿਲਾਂ ਤਾਂ ਖੁਦ ਸਿੱਖਦੇ ਆ, ਫਿਰ ਦੂਸਰਿਆਂ ਨੂੰ ਸਿਖਾਉਂਦੇ ਆ ਪਰਮੇਸ਼ਰ ਦੀ ਇਸ ਆਗਿਆ ਤੋਂ ਬਾਹਰ ਜਾਣਾ। ਔਰ ਇੰਨੇ ਸਮੇਂ ਤੋਂ ਅਸੀਂ ਤਕਰੀਬਨ ਅੱਜ ਮੇਰੇ ਖਿਆਲ 9ਵਾਂ ਕਿ 8ਵਾਂ ਸਬਤ ਦਾ ਸਰਮਨ ਹੋਣਾ ਹੈ, ਜਿਸ ਚੀਜ਼ ਦੇ ਬਾਰੇ ਅਸੀਂ ਸਿੱਖ ਰਹੇ ਹਾਂ ਕਿ ਪਰਮੇਸ਼ਵਰ ਨੇ ਵਾਕਈ ਇਹਨਾਂ ਨੂੰ ਖਤਮ ਕਰ ਦਿੱਤਾ ਸੀ। ਤੇ ਅਸੀਂ ਪਰਮੇਸ਼ਵਰ ਦੇ ਜਿਹੜਾ ਇਹਦੇ ਚ ਅਸੀਂ ਵੇਖਦੇ ਹਾਂ ਕਿ ਵਿਧੀਆਂ ਦਾ ਉਹ ਲੇਖ ਜਿਹੜਾ ਸਾਡੇ ਨੁਕਸਾਨ ਦੇ ਲਈ ਸੀ। ਹੁਣ ਤੁਸੀਂ 10 ਆਗਿਆਵਾਂ ਵੇਖੋ ਤੇ ਇਹਦੇ ਚੋਂ ਕਿਹੜੀ ਆਗਿਆ ਸਾਡਾ ਨੁਕਸਾਨ ਚਾਹੁੰਦੀ ਆ, ਕਿਹੜੀ ਆਗਿਆ ਵਾ ਜਿਹੜਾ ਚਾਹੁੰਦੀ ਆ ਵੀ ਸਾਡਾ ਨੁਕਸਾਨ ਹੋ ਜਾਵੇ। ਹਾਂਜੀ, ਕਹਿੰਦਾ ਜਿਹੜਾ ਸਾਡੀ ਹਾਨੀ ਦਾ ਲੇਖ ਸੀ ਉਹ ਕੀ ਹੋ ਗਿਆ, ਖਤਮ ਹੋ ਗਿਆ। ਤੇ ਕਿਹੜੀ ਆਗਿਆ ਤੋਂ ਸਾਡਾ ਨੁਕਸਾਨ ਹੋਣ ਵਾਲਾ ਸੀ, ਇਹਨਾਂ ਆਗਿਆ ਤੋਂ ਸਾਡਾ ਨੁਕਸਾਨ ਹੋਣ ਵਾਲਾ ਨਹੀਂ ਸੀ। ਤੇ ਅਸੀਂ ਜਿਹੜਾ ਇਸ ਚੀਜ਼ ਨੂੰ ਥੋੜਾ ਜਿਹਾ ਦੋ ਹਿੱਸਿਆਂ ਦੇ ਵਿੱਚ ਵੇਖਦੇ ਹਾਂ। ਵਿਵਸਥਾ ਕਿੰਨੇ ਤਰ੍ਹਾਂ ਦੀ ਆ, ਵਿਵਸਥਾ ਦੋ ਤਰ੍ਹਾਂ ਦੀ ਆ, ਇੱਕ ਨੈਤਿਕ ਵਿਵਸਥਾ ਔਰ ਦੂਸਰੀ ਰੀਤੀਆਂ ਦੀ ਵਿਵਸਥਾ। ਹੁਣ ਵੇਖੋ ਜਿਹੜੇ ਸਾਡੇ ਰੀਤੀ ਰਿਵਾਜ ਆ, ਜਿਹੜੇ ਰੀਤੀ ਰਿਵਾਜ ਆ ਹਰ ਰੋਜ਼ ਜਾਂ ਹਰ ਹਫਤੇ ਹੁੰਦੇ ਆ ਜਾਂ ਸਾਲ ਬਾਅਦ ਹੁੰਦੇ ਆ। ਰੀਤੀ ਰਿਵਾਜ ਸਾਡੇ ਜੀਵਨ ਦੇ ਵਿੱਚ ਹਰ ਰੋਜ਼ ਆਉਂਦੇ ਆ ਜਾਂ ਸਾਲ ਬਾਅਦ ਆਉਂਦੇ ਆ। ਹਾਂਜੀ, ਸਾਲ ਬਾਅਦ ਹੁੰਦੇ ਆ ਨਾ। ਤੇ ਕੀ ਆ ਕਿ ਜਿਹੜੀਆਂ ਰੀਤ ਆ ਉਹ ਸਾਡੇ ਜੀਵਨ ਦੇ ਵਿੱਚ ਜਿਹੜੀ ਆ ਉਹ ਹਰ ਸਾਲ ਆਉਂਦੀ ਆ। ਤੇ ਵਿਵਸਥਾ ਜਿਹੜੀ ਆ ਦੋ ਤਰੀਕੇ ਦੀ ਦੱਸੀ ਗਈ ਆ। ਇੱਕ ਨੈਤਿਕ ਵਿਵਸਥਾ, ਵਿਵਸਥਾ ਮਤਲਬ ਕਾਨੂੰਨ, ਨੈਤਿਕ ਕਾਨੂੰਨ ਜਿਹੜਾ ਅਸੀਂ ਹਰ ਰੋਜ਼ ਕਾਨੂੰਨ ਮੰਨਣਾ। ਔਰ ਰੀਤੀਆਂ ਦੀ ਵਿਵਸਥਾ ਜਿਹੜੀ ਸਾਲ ਬਾਅਦ ਮੰਨਣੀ ਆ। ਹੁਣ ਪਰਮੇਸ਼ਵਰ ਨੇ ਕਿਹੜੀ ਰੱਦ ਕੀਤੀ ਸੀ, ਪਰਮੇਸ਼ਵਰ ਨੇ ਉਹ ਰੱਦ ਕੀਤੀਆਂ ਸੀ ਜਿਹੜੀਆਂ ਅਸੀਂ ਸਾਲ ਬਾਅਦ ਮੰਨਦੇ ਹੁੰਦੇ ਸਾਂ। ਜਿਵੇਂ ਸਾਲ ਬਾਅਦ ਅਸੀਂ ਕੀ ਕਰਦੇ ਹੁੰਦੇ ਸਾਂ, ਕਈ ਤਰ੍ਹਾਂ ਦੇ ਜਿਹੜੇ ਆ ਉਹ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਬਲੀਆਂ ਚੜਾਉਂਦੇ ਹੁੰਦੇ ਸੀ। ਪਰ ਜਿਨ੍ਹਾਂ ਦੇ ਕੋਲੇ ਬਲੀਆਂ ਨਹੀਂ ਸੀ ਚੜਾਈਆਂ ਜਾਂਦੀਆਂ, ਜਿਨ੍ਹਾਂ ਕੋਲ ਪੈਸਾ ਥੋੜਾ ਸੀ ਜਾਂ ਗਰੀਬ ਸੀ, ਉਹ ਕੀ ਕਰਦੇ ਸੀ, ਕੁਛ ਮੈਦਾ ਲੈ ਲੈਣਾ ਜਾਂ ਨਾਰੀਅਲ ਲੈ ਲੈਣਾ, ਲਾਲ ਕੱਪੜੇ ਚ ਲਵੇਟ ਕੇ। ਉਸ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਜਾਂਦਾ ਵਿਵਸਥਾ ਵਿਵਰਣ ਔਰ ਲੈ ਵਿਵਸਥਾ, ਇਹ ਦੋਨੋਂ ਕਿਤਾਬਾਂ ਪੜ੍ਹ ਲਿਆ ਜਾਂ ਸਾਰਾ ਕੁਝ ਮਿਲੇਗਾ। ਅੱਜ ਅਸੀਂ ਛੱਡ ਚੁੱਕੇ ਉਹਨਾਂ ਚੀਜ਼ਾਂ ਨੂੰ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਚੀਜ਼ਾਂ ਨੂੰ ਰੱਦ ਕਰ ਦਿੱਤਾ ਸੀ। ਹੁਣ ਜਿਹੜੀਆਂ ਸਾਲ ਬਾਅਦ ਹੋਣ ਵਾਲੀਆਂ ਵਿਵਸਥਾ ਸੀ, ਪਰਮੇਸ਼ਵਰ ਨੇ ਇਹਨੂੰ ਕੀ ਕੀਤਾ, ਰੱਦ ਕਰ ਦਿੱਤਾ। ਲੇਕਿਨ ਜਿਹੜੀ ਨਿਤ ਦੀ ਸਾਡੀ ਵਿਵਸਥਾ ਸੀ, ਹਰ ਰੋਜ਼ ਮੰਨਣ ਵਾਲੇ ਕਾਨੂੰਨ ਸੀ, ਉਹਨੂੰ ਰੱਦ ਨਹੀਂ ਕੀਤਾ। ਹਰ ਰੋਜ਼ ਪਹਿਲਾ ਹੁਕਮ ਕੀ ਆ, ਪਹਿਲੀ ਆਗਿਆ ਕੀ ਆ ਸਾਡੀ, 10 ਆਗਿਆਵਾਂ ਪਰਮੇਸ਼ਵਰ ਨੇ ਸਾਨੂੰ ਦਿੱਤੀਆਂ। ਪਹਿਲੀ ਆਗਿਆ ਕਿਹੜੀ ਆ, ਤੂੰ ਮੈਨੂੰ ਛੱਡ ਕੇ ਦੂਜਿਆਂ ਨੂੰ ਈਸ਼ਵਰ ਕਰਕੇ ਨਹੀਂ ਮੰਨਣਾ। ਹੁਣ ਇਹ ਅਸੀਂ ਸਾਲ ਬਾਅਦ ਇਹ ਆਗਿਆ ਨੂੰ ਮੰਨਣਾ ਹੈ ਜਾਂ ਹਰ ਰੋਜ਼ ਮੰਨਣਾ ਹੈ? ਹਰ ਰੋਜ਼ ਮੰਨਣਾ ਹੈ ਨਾ। ਹਰ ਰੋਜ਼ ਸਾਡੇ ਵਾਸਤੇ ਇਹ ਆਗਿਆ ਹੋਣੀ ਚਾਹੀਦੀ ਆ। ਦੂਸਰੀ ਆਗਿਆ ਕਿਹੜੀ ਆ, ਤੂੰ ਆਪਣੇ ਲਈ ਕੋਈ ਮੂਰਤੀ ਖੋਦ ਕੇ ਨਾ ਬਣਾਉਣਾ, ਨਾ ਉਹ ਭਾਵੇਂ ਜ਼ਮੀਨ ਦੇ ਉੱਤੇ, ਆਸਮਾਨ ਦੇ ਥੱਲੇ ਆ ਜਾਂ ਪਾਣੀਆਂ ਦੇ ਵਿੱਚ ਆ ਜਾਂ ਆਕਾਸ਼ ਝੂਟਣ ਵਾਲੀ ਕਿਸੇ ਵੀ ਚੀਜ਼ ਦੀ ਤੂੰ ਫੋਟੋ ਵੀ ਖਿੱਚ ਕੇ ਪ੍ਰਤਿਮਾ ਬਣਾ ਕੇ ਵੀ ਤੂੰ ਉਹਦੀ ਦੰਡਵਤ ਉਹਨੂੰ ਨਹੀਂ ਕਰਨਾ। ਇਹ ਦੂਸਰੀ ਆਗਿਆ ਹੈ। ਔਰ ਤੀਸਰੀ ਆਗਿਆ ਕੀ ਆ, ਤੂੰ ਪਰਮੇਸ਼ਵਰ ਦਾ ਨਾਮ ਵਿਅਰਥ ਨਹੀਂ ਲੈਣਾ। ਤੇ ਕੀ ਅਸੀਂ ਇਹ ਸਾਲ ਬਾਅਦ ਵਿਅਰਥ ਨਹੀਂ ਸੀ ਲੈਣਾ, ਅੱਗੋਂ ਪਿੱਛੋਂ ਲੈ ਸਕਦੇ ਸਾਂ। ਪਰਮੇਸ਼ਵਰ ਨੇ ਜਿਹੜੀਆਂ ਨੈਤਿਕ ਵਿਵਸਥਾ ਸੀ ਇਹਨਾਂ ਨੂੰ ਖਤਮ ਨਹੀਂ ਕੀਤਾ। ਫਿਰ ਕਿਹੜੀ ਚੀਜ਼ ਨੂੰ ਖਤਮ ਕੀਤਾ, ਰੀਤੀਆਂ ਦੀ ਵਿਵਸਥਾ ਨੂੰ ਜਿਹੜਾ ਉਹ ਪਰਮੇਸ਼ਵਰ ਨੇ ਖਤਮ ਕਰ ਦਿੱਤਾ। ਔਰ ਜਦੋਂ ਅਸੀਂ ਵੇਖਦੇ ਹਾਂ ਕਿ ਰੀਤੀਆਂ ਦੀ ਵਿਵਸਥਾ ਜਿਹੜੀ ਆ ਇਹ ਕਿਉਂ ਮੰਨੀ ਜਾਂਦੀ ਸੀ, ਕਿਉਂ ਪਰਮੇਸ਼ਰ ਨੇ ਜਿਹੜਾ ਵਾ ਇਹ ਸਾਨੂੰ ਦਿੱਤੇ ਸੀ, ਕਿਉਂਕਿ ਇਹਦੇ ਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਬਲੀਦਾਨ ਸੀ
ਔਰ ਉਹਨਾਂ ਬਲੀਦਾਨਾਂ ਨੂੰ ਜਿਹੜਾ ਅਸੀਂ ਪੂਰਾ ਕਰਕੇ ਅਸੀਂ ਪਰਮੇਸ਼ਵਰ ਦੇ ਜਿਹੜਾ ਵਾ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਦੇ ਸੀ ਕਿ ਸਾਡੇ ਵਾਸਤੇ ਇੱਕ ਕੁਰਬਾਨੀ ਅਜੇ ਹੋਣੀ ਆ। ਰੀਤੀਆਂ ਦੀ ਵਿਵਸਥਾ ਸੀ, ਉਹ ਸਾਲ ਬਾਅਦ ਜਿਹੜਾ ਇਹਨਾਂ ਚੀਜ਼ਾਂ ਨੂੰ ਕੀਤਾ ਜਾਂਦਾ ਸੀ। ਸਾਡੇ ਵਾਸਤੇ ਇੱਕ ਕੁਰਬਾਨੀ ਸੀ ਜਿਹੜੀ ਪ੍ਰਭੂ ਯਿਸੂ ਮਸੀਹ ਨੂੰ ਜ਼ਾਹਰ ਕਰਦੇ ਸੀ। ਉਹ ਕੁਰਬਾਨੀ ਹਰ ਸਾਲ ਜਿਹੜੀ ਆ ਉਹ ਚੜਾਈ ਜਾਂਦੀ ਸੀ। ਔਰ ਜਿਹੜਾ ਵਾ ਇਹਨਾਂ ਮਕਸਦ ਕੀ ਸੀ? ਰੀਤੀਆਂ ਦੀ ਵਿਵਸਥਾ ਦਾ ਮੇਨ ਮਕਸਦ ਕੀ ਸੀ ਕਿ ਇਸਰਾਏਲੀਆਂ ਦੇ ਮਨਾਂ ਦੇ ਵਿੱਚ ਜਿਹੜੀ ਆ ਇਹ ਗੱਲ ਬਿਠਾ ਦਿੱਤੀ ਜਾਵੇ ਕਿ ਇਹ ਪਾਪਾਂ ਦਾ ਉद्धार ਕਰਨ ਵਾਸਤੇ ਪਰਮੇਸ਼ਵਰ ਨੇ ਜਿਹੜੇ ਮੇਮਨੇ ਨੂੰ ਤਿਆਰ ਕੀਤਾ ਸੀ, ਉਸ ਮੇਮਨੇ ਦੇ ਵੱਲ ਕੀ ਕੀਤਾ ਜਾਵੇ, ਇਹਨਾਂ ਦਾ ਧਿਆਨ ਕੀਤਾ ਜਾਵੇ, ਜਿਹੜਾ ਸਾਰੇ ਸੰਸਾਰ ਦੇ ਪਾਪਾਂ ਦਾ ਬੋਝ ਉਠਾ ਕੇ ਲੈ ਜਾਂਦਾ ਵਾ। ਔਰ ਉਹ ਮੇਮਨਾ ਕੌਣ ਆ? ਪ੍ਰਭੂ ਯਿਸੂ ਮਸੀਹ। ਔਰ ਜਦੋਂ ਪਾਪਾਂ ਦਾ ਬੋਝ ਉਠਾ ਕੇ ਉਹਨੇ ਕੁਰਬਾਨੀ ਦੇ ਲਈ, ਉਸ ਤੋਂ ਬਾਅਦ ਕਿਸੇ ਹੋਰ ਕੁਰਬਾਨੀ ਦੀ ਜ਼ਰੂਰਤ ਰਹਿ ਗਈ ਨਹੀਂ। ਤੇ ਜਿਹੜਾ ਕੁਲਸੀਆਂ ਦੀ ਕਿਤਾਬ ਅਸੀਂ ਪੜਿਆ ਵਾ 2 ਅਧਿਆਏ ਉਹਦਾ 14ਵਾਂ ਵਚਨ ਕਿ ਜਿਹੜੀ ਸਾਡੇ ਨੁਕਸਾਨ ਦੀ ਵਿਵਸਥਾ ਸੀ ਉਹਨੂੰ ਕੀ ਕੀਤਾ ਪਰਮੇਸ਼ਵਰ ਨੇ? ਖਤਮ ਕਰ ਦਿੱਤਾ, ਉੱਥੋਂ ਹਟਾ ਦਿੱਤਾ, ਕਿੱਲਾਂ ਦੇ ਨਾਲ ਗੱਡ ਕੇ ਉੱਥੇ ਹੀ ਖਤਮ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਕੋਈ ਵੀ ਕੁਰਬਾਨੀ ਨਹੀਂ ਹੋਏਗੀ। ਤੇ ਫਿਰ ਜਿਹੜੀ ਨੈਤਿਕ ਵਿਵਸਥਾ ਵਾ, ਨੈਤਿਕ ਵਿਵਸਥਾ ਆਦਮੀ ਨੂੰ ਕਿਉਂ ਦਿੱਤੀ ਗਈ? ਰੀਤੀਆਂ ਦੀ ਵਿਵਸਥਾ ਦਿੱਤੀ ਗਈ ਕਿ ਆਦਮੀ ਜਿਹੜਾ ਵਾ ਉਹਦਾ ਧਿਆਨ ਪਰਮੇਸ਼ਵਰ ਦੀ ਵੱਲ, ਪ੍ਰਭੂ ਯਿਸੂ ਮਸੀਹ ਦੀ ਵੱਲ ਲੱਗਾ ਰਵੇ। ਤਾਂ ਰੀਤੀਆਂ ਦੀ ਵਿਵਸਥਾ ਆਦਮੀ ਨੂੰ ਦਿੱਤੀ ਸੀ ਵੀ ਇਹ ਖਤਮ ਕਰ ਦਿੱਤੀ ਜਾਣੀ ਆ ਬਾਅਦ ਚੋਂ ਜਦੋਂ ਪ੍ਰਭੂ ਯਿਸੂ ਮਸੀਹ ਆਏਗਾ। ਤੇ ਨੈਤਿਕ ਵਿਵਸਥਾ ਦਾ ਜਿਹੜਾ ਉਹ ਕੀ ਜਿਹੜਾ ਵਾ ਕਾਹਦੇ ਲਈ ਪਰਮੇਸ਼ਵਰ ਨੇ ਸਾਨੂੰ ਦਿੱਤੀਆਂ? ਨੈਤਿਕ ਵਿਵਸਥਾ ਦਾ ਮਕਸਦ ਕੀ ਸੀ? ਨੈਤਿਕ ਵਿਵਸਥਾ ਦਾ ਮਕਸਦ ਜਿਹੜਾ ਉਹ ਆਦਮੀ ਨੂੰ ਇਹ ਗੱਲ ਸਿਖਾਉਣਾ ਹੈ ਕਿ ਉਹ ਪਰਮੇਸ਼ਵਰ ਦੇ ਨਾਲ ਔਰ ਇਸ ਇਨਸਾਨ ਦੇ ਨਾਲ ਆਪਣਾ ਰਿਸ਼ਤਾ ਜਿਹੜਾ ਵਾ ਉਹ ਸੋਹਣਾ ਤੇ ਬਹੁਤ ਵਧੀਆ ਜਿਹੜਾ ਵਾ ਉਹ ਬਣਾ ਸਕੇ। ਇਸ ਕਰਕੇ ਪਰਮੇਸ਼ਵਰ ਨੇ ਆਦਮੀ ਨੂੰ ਨੈਤਿਕ ਵਿਵਸਥਾ ਦਿੱਤੀ। ਆਪਾਂ ਅਕਸਰ ਹੀ ਪੜ੍ਹਦੇ ਹਾਂ ਪਹਿਲੀਆਂ 4 ਆਗਿਆਵਾਂ ਜਿਹੜੀਆਂ ਨੇ ਉਹ ਇਹ ਦੱਸਦੀਆਂ ਨੇ ਮੇਰਾ ਤੇ ਮੇਰੇ ਪਰਮੇਸ਼ਵਰ ਦਾ ਰਿਸ਼ਤਾ ਕਿਵੇਂ ਦਾ ਹੋਵੇ। कि पहली आज्ञा किया मुझे छोड़ दूसरों को ईश्वर करके ना मानना। जिस परमेश्वर ने इस सृष्टि की रचना की थी उन्हें आज्ञा दी। दूसरी आज्ञा दी तू कोई भी मूर्ति खोद के नहीं बनाना। अज वेख लो अपने चर्च दे विच किसी भी तरह की कोई मूर्ति नहीं आ, ना ही किसी तरह की कोई फोटो आ। असी उस आज्ञा ते बरकरार आ। उस तो बाद तीसरी आज्ञा सी तू परमेश्वर का नाम व्यर्थ नहीं लेना। ਜਿਹੜੇ ਇਸ ਦਿਨ ਤੋਂ ਬਾਅਦ ਉਸ ਦਿਨ ਨੂੰ ਪਵਿੱਤਰ ਠਹਿਰਾ ਕੇ ਮੰਨਦੇ ਆ ਸਾਰੇ ਪਰਮੇਸ਼ਵਰ ਦਾ ਨਾਮ ਕੀ ਕਰਦੇ ਆ? ਵਿਅਰਥ ਲੈਂਦੇ ਆ। ਉਸ ਤੋਂ ਬਾਅਦ ਜਿਹੜਾ ਚੌਥੀ ਆਗਿਆ ਸੀ ਤੂੰ ਸਬਤ ਦੇ ਦਿਨ ਨੂੰ ਯਾਦ ਰੱਖ ਕੇ ਚੇਤੇ ਰੱਖ ਕੇ ਪਵਿੱਤਰ ਕਰਕੇ ਮੰਨਣਾ। ਇਹ 4 ਆਗਿਆਵਾਂ ਦਿਖਾਉਂਦੀਆਂ ਨੇ ਮੇਰਾ ਤੇ ਮੇਰੇ ਪਰਮੇਸ਼ਵਰ ਦਾ ਰਿਸ਼ਤਾ ਕਿਵੇਂ ਦਾ ਹੋਵੇ। ਇਸ ਤੋਂ ਬਾਅਦ ਅਗਲੀਆਂ 6 ਆਗਿਆਵਾਂ। ਪਹਿਲੀ ਆਗਿਆ ਕਿਹੜੀ ਆ? ਤੂੰ ਆਪਣੇ ਮਾਤਾ और अपने पिता का आदर कर, इससे तू जिस जगह पर तू रहता है, जिस देश में तू रहता है, बहुत अधिक दिन तक जी सकेगा। अगर ਅਸੀਂ ਆਪਣੇ ਮਾਤਾ ਤੇ ਆਪਣੇ ਪਿਤਾ ਦਾ ਆਦਰ ਕਰਦੇ ਹਾਂ। ਇਹ ਜਿਹੜੀਆਂ ਬਾਕੀ ਦੀਆਂ 6 ਆਗਿਆਵਾਂ ਇਹ ਦਿਖਾਉਂਦੀਆਂ ਨੇ ਮੇਰਾ ਤੇ ਇਸ ਸੰਸਾਰ ਦਾ, ਮੇਰਾ ਤੇ ਇਸ ਦੁਨੀਆ ਦਾ ਰਿਸ਼ਤਾ ਜਿਹੜਾ ਵਾ ਉਹ ਕਿਵੇਂ ਦਾ ਹੋਵੇ। ਤੂੰ ਖੂਨ ਨਾ ਕਰ, ਤੂੰ ਝੂਠੀ ਗਵਾਹੀ ਨਾ ਦੇ, ਤੂੰ ਚੋਰੀ ਨਾ ਕਰ, ਤੇ ਤੂੰ ਕਿਸੇ ਦੀ ਇਸਤਰੀ ਦਾ ਜਾਂ ਉਹਦੇ ਕਿਸੇ ਘਰ ਦੀ ਚੀਜ਼ ਦਾ ਤੂੰ ਕੀ ਕਰ? ਲਾਲਚ ਨਾ ਕਰ। ਤੇ ਇਹ ਜਿਹੜੀਆਂ ਪਰਮੇਸ਼ਵਰ ਨੇ ਦਿੱਤੀਆਂ ਕਿ ਪਰਮੇਸ਼ਵਰ ਦੇ ਨਾਲ ਔਰ ਇਸ ਇਨਸਾਨ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਵਾ ਉਹ ਵਧੀਆ ਖੂਬਸੂਰਤ ਬੜਾ ਸੋਹਣਾ ਰਿਸ਼ਤਾ ਜਿਹੜਾ ਉਹ ਬਣ ਸਕੇ। ਅੱਜ ਮਿਸਾਲ ਆ ਅਸੀਂ ਸ਼ਾਂਤੀ ਦਾ, ਮਿਸਾਲ ਆ ਅਸੀਂ ਕਿਸੇ ਤੋਂ ਬਦਲਾ ਨਹੀਂ ਲੈਂਦੇ। ਹੁਣੇ ਅੰਕਲ ਜੀ ਨੇ ਗਵਾਹੀ ਦਿੱਤੀ ਆ ਜਾਦੂ ਟੂਣੇ ਦੇ ਨਾਲ ਇੱਟ ਉੱਡ ਕੇ ਇਹਨਾਂ ਦੇ ਘਰ ਚ ਆਣ ਕੇ ਵੱਜੀ ਏ ਪਰ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰਮੇਸ਼ਵਰ ਨੇ ਸੰਭਾਲ ਕੇ ਰੱਖਿਆ ਪਰ ਇਹਨਾਂ ਨੇ ਉਹਨਾਂ ਦਾ ਬਦਲਾ ਨਹੀਂ ਚਾਹਿਆ, ਸਗੋਂ ਪ੍ਰਾਰਥਨਾ ਕੀਤੀ ਪ੍ਰਭੂ ਉਹਨਾਂ ਨੂੰ ਅਕਲ ਦੇ, ਪ੍ਰਭੂ ਉਹਨਾਂ ਨੂੰ ਬੁੱਧੀ ਦੇ, ਪ੍ਰਭੂ ਇਹਨਾਂ ਨੂੰ ਸਮਝ ਦੇ, ਪ੍ਰਭੂ ਇਹਨੂੰ ਵੀ ਕੋਈ ਆਸ਼ੀਸ਼ ਦੇ ਜਿਹੜਾ ਕੀ ਆ ਇਹ ਸਿੱਧੇ ਰਾਹਾਂ ਤੇ ਲੱਗ ਸਕੇ। ਪਰਮੇਸ਼ਵਰ ਨੇ 10 ਆਗਿਆਵਾਂ ਸਾਨੂੰ ਜਿਹੜੀਆਂ ਉਹ ਦਿੱਤੀਆਂ। ਤੇ ਜੇ ਮਤਲਬ ਇਹ 10 ਆਗਿਆਵਾਂ ਜਿਹੜੀ ਵਿਵਸਥਾ ਸੀ ਅਗਰ ਇਹ ਸਾਡੇ ਨੁਕਸਾਨ ਦੀ ਹੁੰਦੀ ਤੇ ਜਦੋਂ ਪਰਮੇਸ਼ਵਰ ਨੇ ਆਦਮ ਦੀ ਰਚਨਾ ਕੀਤੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਹ ਮੂਸਾ ਦੀ ਵਿਵਸਥਾ ਸੀ ਜਿਹੜੀ ਮੂਸਾ ਨੇ ਆਗਿਆਵਾਂ ਦਿੱਤੀਆਂ ਸੀ ਤੇ ਪਰਮੇਸ਼ਵਰ ਨੇ ਮੂਸਾ ਨੂੰ ਆਗਿਆਵਾਂ ਦਿੱਤੀਆਂ ਸੀ। ਮੂਸਾ ਨੇ ਆਪਣੇ ਪੱਲਿਓਂ ਨਹੀਂ ਸੀ ਲਿਖੀਆਂ, ਕਿਹਨੇ ਦਿੱਤੀਆਂ ਸੀ?
ਉਸ ਪਰਮੇਸ਼ਵਰ ਨੇ, ਉਸ ਖੁਦਾਵੰਦ ਖੁਦਾ ਨੇ ਜਿਹੜੀ ਆ ਉਹ ਆਗਿਆਵਾਂ ਮੂਸਾ ਨੂੰ ਦਿੱਤੀਆਂ ਸੀ। ਔਰ ਆਦਮ ਔਰ ਹਵਾ ਤੋਂ ਲੈ ਕੇ ਮੂਸਾ ਨਬੀ ਤੱਕ, ਮੂਸਾ ਦੇ ਆਗਿਆਵਾਂ ਦੇਣ ਤੱਕ, ਆਦਮ ਹਵਾ ਤੋਂ ਲੈ ਕੇ ਮੂਸਾ ਦੇ ਆਗਿਆ ਦੇਣ ਤੋਂ ਪਹਿਲਾਂ ਅਗਰ ਮੂਸਾ ਦੀਆਂ ਆਗਿਆਵਾਂ ਦੇ ਤੇ ਕੀ ਫਿਰ ਅਸੀਂ ਕਿਸੇ ਵੀ ਜਿਹੜਾ ਦੇਵੀ ਦੇਵਤਾ ਨੂੰ ਅਸੀਂ ਪਰਮੇਸ਼ਵਰ ਮੰਨ ਸਕਦੇ ਸੀ? ਨਹੀਂ ਸੀ ਮੰਨ ਸਕਦੇ। ਕਿ ਜਾਇਜ਼ ਸੀ ਇਸ ਚੀਜ਼ ਨੂੰ ਮੰਨਣਾ? ਹਾਂਜੀ, ਨਹੀਂ ਸੀ ਜਾਇਜ਼, ਕਿਉਂਕਿ ਇਹ ਆਗਿਆਵਾਂ ਪਰਮੇਸ਼ਵਰ ਨੇ ਸ੍ਰਿਸ਼ਟੀ ਦੀ ਰਚਨਾ ਤੋਂ ਹੀ ਆਦਮੀ ਨੂੰ ਦੇ ਦਿੱਤੀਆਂ ਸੀ। ਕਿਉਂਕਿ ਵਿਵਸਥਾ ਹੀ ਸਾਨੂੰ ਇਹ 10 ਆਗਿਆ ਸਾਨੂੰ ਸਹੀ ਔਰ ਗਲਤ, ਬੁਰੇ ਔਰ ਚੰਗੇ ਦਾ ਫਰਕ ਜਿਹੜਾ ਉਹ ਕਰਨਾ ਸਿਖਾਉਂਦੀਆਂ ਨੇ। ਤਾਂ ਹੀ ਪਤਾ ਲੱਗਾ ਵੀ ਜਿਹੜਾ ਕੈਨ ਸੀ ਉਹ ਗਲਤ ਸੀ, ਉਹਨੇ ਖੂਨ ਕੀਤਾ, ਔਰ ਹਾਬਲ ਕੀਆ ਉਹ ਸਹੀ ਸੀ, ਉਹ ਭਲੇ ਕੰਮ ਕਰਦਾ ਸੀ। ਤੇ ਵਿਵਸਥਾ ਹੀ ਸਾਨੂੰ ਅਗਰ ਨਾ ਦੱਸਿਆ ਜਾਂਦਾ ਵੀ ਚੋਰੀ ਕਰਨਾ ਪਾਪ ਆ ਤੇ ਕਿਵੇਂ ਪਤਾ ਲੱਗਦਾ? ਅਸੀਂ ਤਾਂ ਦੂਰੋਂ ਚੋਰੀ ਕਰਦੇ ਜੋ ਸਾਨੂੰ ਪਤਾ ਹੀ ਨਹੀਂ। ਸਾਡੇ ਵਾਸਤੇ ਕਾਨੂੰਨ ਹੀ ਕੋਈ ਨਹੀਂ, ਸਾਡੇ ਵਾਸਤੇ ਚਾਰ ਦੀਵਾਰੀ ਨਹੀਂ ਹੈਗੀ। ਅਸੀਂ ਤਾਂ ਜੋ ਮਰਜ਼ੀ ਕਰ ਸਕਦੇ, ਜਿਹਨੂੰ ਮਰਜ਼ੀ ਜਾ ਸਕਦੇ ਹਾਂ। ਫਿਰ ਅਸੀਂ ਪਰਮੇਸ਼ਵਰ ਦਾ ਨਾਮ ਵਿਅਰਥ ਲੈ ਸਕਦੇ ਸੀ, ਕਿਸੇ ਦਾ ਖੂਨ ਕਰ ਸਕਦੇ ਹਾਂ, ਫਿਰ ਅਸੀਂ ਚੋਰੀ ਕਰ ਸਕਦੇ ਹਾਂ, ਫਿਰ ਅਸੀਂ ਠੱਗੀ ਵੀ ਮਾਰ ਸਕਦੇ ਹਾਂ, ਆਪਣੇ ਮਾਤਾ ਪਿਤਾ ਦੀ ਬੇਇੱਜ਼ਤੀ ਵੀ ਕਰ ਸਕਦੇ ਸੀ। ਕੀ ਪਰਮੇਸ਼ਵਰ ਨੇ ਇਹਨਾਂ ਨੂੰ ਕਿਸੇ ਵੀ ਕੋਨੇ ਤੋਂ, ਕਿਸੇ ਵੀ ਐਂਗਲ ਤੋਂ ਇਸ ਆਗਿਆਵਾਂ ਨੂੰ ਸਹੀ ਦੱਸਿਆ? ਨਹੀਂ ਦੱਸਿਆ। ਮੂਸਾ ਤੋਂ ਪਹਿਲਾਂ ਪਰਮੇਸ਼ਵਰ ਨੇ ਨਹੀਂ ਆਖਿਆ ਵੀ ਇਹ ਆਗਿਆਵਾਂ ਸਹੀ ਆ ਵੀ ਤੁਸੀਂ ਜੋ ਮਰਜ਼ੀ ਕਰੋ। ਅਗਰ ਇਹ ਸਾਰਾ ਕੰਮ ਕਰਨਾ ਗਲਤ ਸੀ ਜਾਂ ਅਗਰ ਇਹਨਾਂ ਦੇ ਖਿਲਾਫ ਜਾਣਿਆ ਗਲਤ ਸੀ ਤੇ ਫਿਰ ਪਰਮੇਸ਼ਵਰ ਨੇ ਉਹ ਸਾਨੂੰ ਬਿਲਕੁਲ ਸਮਝਾ ਦਿੱਤਾ ਵਾ ਕਿ ਇਹ ਸਾਡੇ ਨੁਕਸਾਨ ਦੀਆਂ ਆਗਿਆਵਾਂ ਨਹੀਂ ਆ, ਬਲਕਿ ਕੀ ਆ, ਸਾਡੇ ਭਲੇ ਦੀਆਂ, ਸਾਡੇ ਫਾਇਦੇ ਦੀਆਂ ਹੀ ਇਹ ਆਗਿਆਵਾਂ ਨੇ। ਤੇ ਇਹਦੇ ਤੋਂ ਹੁਣ ਇੱਕ ਚੀਜ਼ ਦਾ ਪਤਾ ਲੱਗਦਾ ਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਪਰਮੇਸ਼ਵਰ ਨੇ ਜਿਹੜੀਆਂ ਨੇ ਕਰੋਸ ਤੇ ਠੋਕ ਕੇ ਖਤਮ ਕਰ ਦਿੱਤੀਆਂ, ਲੇਕਿਨ ਕੁਝ ਗੱਲਾਂ ਜਿਹੜੀਆਂ ਨਹੀਂ ਖਤਮ ਕੀਤੀਆਂ ਗਈਆਂ, ਜਿਹੜੀਆਂ ਅੱਜ ਵੀ ਸਾਡੇ ਉੱਤੇ ਕੀ ਆ ਲਾਗੂ ਹੁੰਦੀਆਂ ਨੇ। ਅੱਜ ਵੀ ਅਸੀਂ ਉਹਨਾਂ ਗੱਲਾਂ ਨੂੰ ਮੰਨਣਾ, ਜਿਹੜੀਆਂ ਗੱਲਾਂ ਨਹੀਂ ਖਤਮ ਕੀਤੀਆਂ ਗਈਆਂ ਉਹ ਅੱਜ ਵੀ ਸਾਡੇ ਮੰਨਣ ਦੇ ਵਿੱਚ ਕੀ ਆ ਆਉਂਦੀਆਂ ਨੇ। ਔਰ ਬਾਈਬਲ ਦੇ ਜਦੋਂ ਅਸੀਂ ਪੜ੍ਹਦੇ ਆ, ਬਾਈਬਲ ਨੂੰ ਪੜ੍ਹ ਕੇ ਬੜੇ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਸਵਾਲ ਆ, ਲੋਕਾਂ ਦੇ ਜਵਾਬ ਆ, ਜਦੋਂ ਉਹਨੂੰ ਅਸੀਂ ਉਹਨਾਂ ਦੇ ਜਵਾਬ ਬਾਈਬਲ ਦੇ ਵਿੱਚੋਂ ਲੱਭਦੇ ਆ, ਅਸੀਂ ਕੀ ਆ ਉਸ ਨਿਸ਼ਕਰਸ਼ ਦੇ ਉੱਤੇ ਪਹੁੰਚਦੇ ਆ ਜਿਸ ਚੀਜ਼ ਦੇ ਵਾਸਤੇ ਸਾਨੂੰ ਜਿਹੜਾ ਵਾ ਅਸੀਂ ਜਿਹੜਾ ਸਵਾਲ ਸਾਡੇ ਮਨ ਚ ਆਉਂਦਾ ਉਹ ਸਵਾਲ ਸਾਡੇ ਜਿਹੜਾ ਉਹ ਡਾਊਟ ਸਾਡੇ ਦੂਰ ਹੁੰਦੇ ਆ। ਹੁਣ ਇੱਥੋਂ ਤੇ ਪਤਾ ਲੱਗ ਗਿਆ ਕਿ ਪਰਮੇਸ਼ਰ ਨੇ ਇਹਨਾਂ ਨੂੰ ਖਤਮ ਨਹੀਂ ਕੀਤਾ ਆਗਿਆਵਾਂ ਨੂੰ। ਇਹ ਸਾਡੇ ਨੁਕਸਾਨ ਦੀ ਆਗਿਆ ਨਹੀਂ ਆ, ਇਹ ਸਾਡੇ ਭਲੇ ਦੀਆਂ ਆਗਿਆਵਾਂ ਨੇ। ਔਰ ਜਦੋਂ ਅਸੀਂ ਵੇਖਦੇ ਆ ਪਰਮੇਸ਼ਵਰ ਦੇ ਵਚਨ ਦੇ ਵਿੱਚ ਰੋਮੀਆਂ ਦੀ ਕਿਤਾਬ 2 ਅਧਿਆਇ ਉਹਦਾ 13 ਵਚਨ, ਪਰਮੇਸ਼ਵਰ ਇਹਨਾਂ 10 ਆਗਿਆਵਾਂ ਦੇ ਬਾਰੇ ਕੀ ਕਹਿੰਦਾ ਵਾ? ਹਾਂਜੀ, ਰੋਮੀਆਂ ਦੀ ਕਿਤਾਬ ਉਹਦਾ 2 ਅਧਿਆਇ ਉਹਦਾ 13 ਵਚਨ। ਅੱਛਾ, ਇੱਕ ਗੱਲ ਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਕਰੋਸ ਤੇ ਚੜਾ ਦਿੱਤਾ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕਰੋਸ ਤੇ ਚੜਾਉਣ ਦੇ ਬਾਅਦ ਅਸੀਂ ਸਬਤ ਦੀ ਜਿਹੜੀ ਆ ਆਗਿਆ ਦੇ ਤੋਂ ਆਜ਼ਾਦ ਆ। ਤੇ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਕਰੋਸ ਤੇ ਚੜਾ ਦਿੱਤਾ ਤੇ ਪ੍ਰਭੂ ਯਿਸੂ ਮਸੀਹ ਨੂੰ ਕਰੋਸ ਤੇ ਚੜਾਉਣ ਤੋਂ ਬਾਅਦ, ਮੁਰਦਿਆਂ ਚੋਂ ਜਿੰਦਾ ਹੋ ਕੇ ਸਵਰਗ ਜਾਣ ਤੋਂ ਬਾਅਦ, ਕਿ ਅਸੀਂ ਕਿਸੇ ਵੀ ਦੇਵੀ ਦੇਵਤਾ ਨੂੰ ਜਿਹੜਾ ਵਾ ਉਹ ਪਰਮੇਸ਼ਵਰ ਮੰਨ ਸਕਦੇ ਸੀ? ਨਹੀਂ ਮੰਨ ਸਕਦੇ ਨਾ। ਅਸੀਂ ਚੋਰੀ ਕਰਨਾ ਸਾਡੇ ਵਾਸਤੇ ਜਾਇਜ਼ ਨਹੀਂ ਆ। ਤੇ ਇਸ ਕਰਕੇ ਪਰਮੇਸ਼ਵਰ ਨੇ ਕਿਵੇਂ ਖਤਮ ਕਰ ਦਿੱਤੀਆਂ 9 ਆਗਿਆਵਾਂ ਜਿਹੜੀਆਂ ਨੇ ਉਹ ਤੇ ਅਸੀਂ ਪੂਰੀ ਚੰਗੀ ਤਰ੍ਹਾਂ ਮੰਨਦੇ ਆ। ਤੇ ਵਿਰੋਧ ਕਿਹੜੀ ਆਗਿਆ ਦਾ ਹੁੰਦਾ ਹੈ? ਸਿਰਫ ਇੱਕ ਆਗਿਆ ਦਾ ਵਿਰੋਧ ਹੁੰਦਾ ਹੈ। ਤੇ ਜੇ ਪਰਮੇਸ਼ਵਰ ਨੇ ਇਹ 9 ਨਹੀਂ ਖਤਮ ਕੀਤੀਆਂ ਤੇ 10ਵੀਂ ਵੀ ਕਿਵੇਂ ਖਤਮ ਕਰ ਦਿੱਤੀ? ਪਰਮੇਸ਼ਵਰ ਨੇ 10ਵੀਂ ਆਗਿਆ ਜਿਹੜੀ ਆ ਉਹ ਖਤਮ ਨਹੀਂ ਕੀਤੀ। ਪਰਮੇਸ਼ਵਰ ਨੇ ਕਿਸੇ ਤਰ੍ਹਾਂ, ਅਗਰ ਅਸੀਂ ਇਹਨਾਂ ਦੀ ਪਾਲਣਾ ਨਹੀਂ ਕਰਦੇ, ਪਰਮੇਸ਼ਵਰ ਨੇ ਕਿਸੇ ਵੀ ਤਰ੍ਹਾਂ ਕਿਸੇ ਵੀ ਆਗਿਆ ਨੂੰ ਇਸ ਤਰ੍ਹਾਂ ਸਹੀ ਜਿਹੜਾ ਵਾ ਉਹ ਨਹੀਂ ਠਹਿਰਾਇਆ ਕਿ ਤੁਸੀਂ ਜੋ ਵੀ ਕੰਮ ਕਰਦੇ ਜੇ ਤੇ ਸਹੀ ਕਰਦੇ ਜੇ। ਹਾਂਜੀ, पढ़ दीजिए। परमेश्वर के यहाँ व्यवस्था के सुनने वाले धर्मी नहीं और व्यवस्था पर चलने वाले धर्मी ठहराए जाएंगे। हाँ, कहंदा परमेश्वर दे जड़ा वा नाम दे विच, परमेश्वर दे राज दे विच व्यवस्था नूं सिर्फ सुनने वाले नहीं, अज असीं सारे जाने सुन रहे हैं, ते सिर्फ सुनने वाले धर्मी नहीं हुंदे,
ਜਿਹੜੇ ਸੁਣ ਕੇ ਉਹਦੇ ਤੇ ਅਮਲ ਕਰਦੇ ਆ ਤੇ ਉਸੇ ਤਰ੍ਹਾਂ ਚੱਲਣ ਦੀ ਕੋਸ਼ਿਸ਼ ਕਰਦੇ ਆ, ਉਹ ਧਰਮੀ ਹੁੰਦੇ ਆ। ਸੁਣਦੇ ਤੇ ਅਸੀਂ ਵੀ ਬੜਾ ਕੁਛ ਆ, ਤੇ ਪਰ ਕੀ ਆ, ਅਸੀਂ ਸਾਰੀਆਂ ਗੱਲਾਂ ਦੇ ਉੱਤੇ ਮੰਨਣ ਨਹੀਂ ਕਰਦੇ, ਸਾਰੀਆਂ ਗੱਲਾਂ ਦੇ ਉੱਤੇ ਅਸੀਂ ਨਹੀਂ ਚੱਲਦੇ। ਤੇ ਇਸ ਕਰਕੇ ਅਸੀਂ ਸਾਰੀਆਂ ਗੱਲਾਂ ਦੇ ਨਾਲ ਕੀ ਆ, ਅਸੀਂ ਸਾਰੀਆਂ ਗੱਲਾਂ ਨੂੰ ਅਸੀਂ ਨਹੀਂ ਮੰਨ ਸਕਦੇ। ਤੇ ਇਸੇ ਤਰ੍ਹਾਂ ਅਗਰ ਜਿਹੜੀ ਵਿਵਸਥਾ ਵਾ, ਵਿਵਸਥਾ ਕੱਲੀ ਸੁਣ ਲਈ, ਸੁਣਨ ਨੂੰ ਬੜੀ ਚੰਗੀ ਲੱਗੀ, ਵਾਹ ਜੀ ਵਾਹ, ਵੈਰੀ ਗੁੱਡ, ਕੀ ਬਾਤ ਹੈ, ਕਿੰਨੀ ਸੋਹਣੀ ਗੱਲ ਆ, ਲੇਕਿਨ ਉਹਦੇ ਤੇ ਅਮਲ ਹੀ ਨਾ ਕੀਤਾ, ਤੇ ਅਸੀਂ ਧਰਮੀ ਨਹੀਂ ਆ, ਫਿਰ ਇਨਸਾਨ ਨਹੀਂ ਆ। ਧਰਮੀ ਮਤਲਬ ਇਨਸਾਨੀਅਤ ਸਾਡੇ ਵਿੱਚ ਨਹੀਂ ਆ। ਔਰ ਇਸੇ ਦਾ ਹੀ ਅਗਰ ਅਸੀਂ ਪੜ੍ਹੀਏ 3:31 ਵਚਨ, ਉਹਦੇ ਚ ਕੀ ਲਿਖਿਆ ਵਾ? तो क्या हम व्यवस्था को विश्वास के द्वारा व्यर्थ ठहराते हैं? ਕੀ ਅਸੀਂ ਫਿਰ ਜਦੋਂ ਵਿਸ਼ਵਾਸ ਕਰਦੇ ਆ ਕਿ ਵਿਵਸਥਾ ਨੂੰ ਵਿਅਰਥ ਕਰ ਦਿੰਦੇ, ਅਸੀਂ ਇਹਨਾਂ 10 ਆਗਿਆਵਾਂ ਨੂੰ ਐਵੇਂ ਕਰ ਦਿੰਦੇ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਵਿਸ਼ਵਾਸ ਦੇ ਦੁਆਰਾ ਬਚਾਏ ਜਾਵਾਂਗੇ, ਵਿਵਸਥਾ ਦੇ ਦੁਆਰਾ ਨਹੀਂ। ਤੇ ਫਿਰ ਵਿਵਸਥਾ ਤੋਂ ਅਗਰ ਅਸੀਂ ਵਿਸ਼ਵਾਸ ਕਰਦੇ ਆ ਤੇ ਵਿਵਸਥਾ ਨੂੰ ਅਸੀਂ ਕੀ ਆ, ਐਵੇਂ ਹੀ ਜਾਣ ਦਿੰਦੇ ਆ। ਫਿਰ ਵਿਵਸਥਾ ਨੂੰ ਫਿਰ ਅਸੀਂ ਨਹੀਂ ਮੰਨਦੇ। ਹਾਂਜੀ, कदापि नहीं, वरन व्यवस्था को स्थिर करते हैं। ਹਾਂ, ਕਹਿੰਦੇ ਵਿਵਸਥਾ ਨੂੰ ਖਤਮ ਨਹੀਂ ਕਰਦੇ, ਬਲਕਿ ਵਿਵਸਥਾ ਨੂੰ ਮਜ਼ਬੂਤ ਕਰਦੇ ਆ ਅਸੀਂ ਆਗਿਆਵਾਂ ਮੰਨ ਕੇ। ਤੇ ਦੱਸੋ ਵੀ ਜਿਹੜਾ ਆਦਮੀ ਵਿਵਸਥਾ ਨੂੰ ਮਜ਼ਬੂਤ ਨਹੀਂ ਕਰ ਸਕਦਾ, ਆਗਿਆ ਨਹੀਂ ਮੰਨ ਸਕਦਾ, ਕਿ ਉਹ ਪਰਮੇਸ਼ਵਰ ਦੇ ਰਾਜ ਦੇ ਵਿੱਚ ਜਾਣ ਦਾ ਅਧਿਕਾਰੀ ਹੈ? ਕਿ ਉਹ ਪਰਮੇਸ਼ਵਰ ਦੇ ਲਈ ਤਿਆਰ ਆ? ਕਿ ਉਹ ਬੁੱਧੀਮਾਨ ਹੈ? ਜਿਹੜਾ ਵਿਵਸਥਾ ਨੂੰ ਸਥਿਰ ਨਹੀਂ ਕਰ ਸਕਦਾ, ਜਿਹੜਾ ਵਿਵਸਥਾ ਨੂੰ ਮਜ਼ਬੂਤੀ ਨਹੀਂ ਦੇ ਸਕਦਾ। ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਵੇਖਦੇ ਹਾਂ, ਤੇ ਫਿਰ ਅਸੀਂ ਜਿਹੜਾ ਰੀਤੀਆਂ ਦੀ ਵਿਵਸਥਾ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਰੀਤੀਆਂ ਦੀ ਵਿਵਸਥਾ ਦੇ ਬਾਰੇ, ਹਾਂਜੀ, ਇਸ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਇਫਸੀਓਂ ਦੀ ਕਿਤਾਬ 2 ਅਧਿਆਇ ਦਾ 15 ਵਚਨ। ਹਾਂਜੀ, ਪੜ੍ਹਦੇ ਜੀ ਵਿਵਸਥਾ ਦੀ ਇਫਸੀਓਂ ਦੀ ਕਿਤਾਬ 2 ਅਧਿਆਇ ਉਹਦਾ 15 ਵਚਨ। और अपने शरीर में बैर अर्थात वे व्यवस्था जिसकी आज्ञाएं विधियों की रीति वर्ती मिटा दिया, हाँ। दोनों से अपने में एक नया मनुष्य उत्पन्न करके मेल करा दे। ਹਾਂ, ਕਹਿੰਦਾ ਕਿ ਇਹ ਸਰੀਰ ਦੇ ਵਿੱਚ ਜਿਹੜਾ ਵਾ ਉਹ ਵੈਰ ਮਤਲਬ ਵਿਵਸਥਾ ਦੀਆਂ ਉਹ ਆਗਿਆਵਾਂ ਜਿਹੜੀਆਂ ਰੀਤੀਆਂ ਦੇ ਅਧਿਕਾਰ ਦੇ ਵਿੱਚ ਸੀ, ਰੀਤੀ ਰਿਵਾਜਾਂ ਵਾਲੀਆਂ ਆਗਿਆ ਸੀ, ਪਰਮੇਸ਼ਰ ਨੇ ਉਹਨਾਂ ਦੇ ਵਿੱਚੋਂ ਖਤਮ ਕਰ ਦਿੱਤਾ ਕਿ ਇਹਨਾਂ ਦੋਨਾਂ ਵਿਵਸਥਾ ਦੇ ਵਿੱਚੋਂ ਕਿਸੇ ਇੱਕ ਦੇ ਉੱਤੇ ਚੱਲ ਕੇ ਤੇ ਆਪਣੇ ਅੰਦਰ ਇੱਕ ਨਵਾਂ ਮਨੁੱਖ ਕੀਆ ਉਹ ਪੈਦਾ ਕਰ ਸਕਣ। ਅਸੀਂ ਪੌਲੁਸ ਦੀਆਂ ਪੱਤਰੀਆਂ ਪੜ੍ਹੀਏ, ਉੱਥੇ ਬਿਲਕੁਲ ਲਿਖਿਆ ਵਾ ਹੁੰਦਾ ਜਿਹੜਾ ਬੱਕਰਿਆਂ ਦੀ ਕੁਰਬਾਨੀ ਜਿਹੜਾ ਆਦਮੀ ਨੂੰ ਨਜਾਤ ਨਹੀਂ ਦਵਾ ਸਕਦੀ, ਪਸ਼ੂਆਂ ਦੀ ਬਲੀ ਆਦਮੀ ਨੂੰ ਨਜਾਤ ਨਹੀਂ ਦਵਾ ਸਕਦੀ, ਫਿਰ ਆਦਮੀ ਨੂੰ ਕੌਣ ਨਜਾਤ ਦਵਾ ਸਕਦੀ? 10 ਆਗਿਆਵਾਂ ਮੈਂ ਅੱਗੇ ਦੱਸਿਆ ਸੀ। ਹੁਣ ਇਹ ਵੇਖੋ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਵੇਖਦੇ ਹਾਂ ਕਿ ਉਹਦੇ ਮੌਤ ਤੋਂ ਬਾਅਦ ਵੀ ਕੋਈ ਵਿਵਸਥਾ ਜਿਹੜੀ ਆ 10 ਆਗਿਆਵਾਂ ਪਰਮੇਸ਼ਵਰ ਨੇ ਜਿਹੜੀਆਂ ਨੇ ਉਹ ਰੱਦ ਨਹੀਂ ਕੀਤੀਆਂ। ਤੇ ਫਿਰ ਜਦੋਂ ਅਸੀਂ ਯਸ਼ਾਇਆ ਦੀ ਕਿਤਾਬ ਪੜ੍ਹਦੇ ਹਾਂ, ਉਹਦਾ 42 ਅਧਿਆਇ ਉਹਦਾ 21 ਵਚਨ, ਫਿਰ ਪਰਮੇਸ਼ਵਰ ਕਿਹੜੀ ਚੀਜ਼ ਦੇ ਬਾਰੇ ਗੱਲ ਕਰਦਾ ਹੈ? ਹਾਂਜੀ, ਯਸ਼ਾਇਆ ਦੀ ਕਿਤਾਬ ਉਹਦਾ 42 ਅਧਿਆਇ और ਉਹਦਾ 21 वचन। यहोवा को अपनी धार्मिकता के निमित्त ही यह पाया है कि व्यवस्था की बड़ाई अधिक करे, हाँ परंतु ये लोग लुट गए हैं। हाँ, ਹੁਣ ਮਤਲਬ ਇਸ ਗੱਲ ਦਾ ਜਿਹੜਾ ਕਿ ਵਿਵਸਥਾ ਦੀ ਵਡਿਆਈ ਕੀਤੀ ਜਾਵੇ, ਵਿਵਸਥਾ ਦੀ ਤਾਰੀਫ ਕੀਤੀ ਜਾਵੇ, ਮਤਲਬ ਇਸ ਗੱਲ ਦਾ ਰੀਤੀਆਂ ਦੀ ਵਿਵਸਥਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਕਿਉਂਕਿ ਪਰਮੇਸ਼ਰ ਜਾਣਦਾ ਵਾ ਕਿ ਰੀਤੀਆਂ ਦੀ ਵਿਵਸਥਾ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਖਤਮ ਕੀਤੀ ਜਾਣੀ ਆ। ਫਿਰ ਇਹ ਕਿਸ ਚੀਜ਼ ਦੇ ਬਾਰੇ ਜ਼ਿਕਰ ਕੀਤਾ ਵਾ? ਇਹ ਨੈਤਿਕ ਵਿਵਸਥਾ ਦੇ ਬਾਰੇ ਗੱਲ ਕੀਤਾ ਗਿਆ, ਜਿਹੜੀਆਂ ਅਸੀਂ ਹਰ ਰੋਜ਼ ਜਿਨ੍ਹਾਂ ਨੂੰ ਮੰਨਣਾ ਆ, ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਕਹਿੰਦਾ ਇਹਨਾਂ ਦੀ ਤਾਰੀਫ ਕੀਤੀ ਜਾਵੇ, ਇਹਨਾਂ ਆਗਿਆਵਾਂ ਦੀ। ਤੇ ਇਸ ਕਰਕੇ ਜਦੋਂ ਅਸੀਂ ਇਬਰਾਨੀਆਂ ਦੀ ਕਿਤਾਬ ਪੜ੍ਹਦੇ ਹਾਂ, ਉਹਦਾ 10 ਅਧਿਆਇ ਉਹਦਾ 4 ਤੋਂ 8 ਵਚਨ, ਤੇ ਰੀਤੀਆਂ ਦੀ ਵਿਵਸਥਾ ਦੇ ਆਧਾਰ ਤੇ ਸੰਤ ਪੌਲਸ ਜਿਹੜਾ ਵਾ ਉਹ ਕੀ ਕਹਿੰਦਾ ਵਾ? ਕਹਿੰਦਾ ਇਹ ਅਨਹੋਣਾ ਵਾ ਕਿ ਬੈਲਾਂ ਦਾ ਜਾਂ ਬੱਕਰਿਆਂ ਦਾ ਜਾਂ ਪਸ਼ੂਆਂ ਦਾ ਲਹੂ ਜਿਹੜਾ ਵਾ ਉਹ ਪਾਪਾਂ ਨੂੰ ਦੂਰ ਕਰ ਸਕੇ। ਹਾਂਜੀ, ਇਬਰਾਨੀਆਂ ਦੀ ਕਿਤਾਬ 10 ਅਧਿਆਇ ਉਹਦਾ 4 ਤੋਂ 8 ਵਚਨ।
क्योंकि यह अनहोना है कि बैलों और बकरों का लहू पापों को दूर करे। ਹਾਂ ਕਹਿੰਦਾ ਇਹ ਹੁਣ ਇਹ ਨਹੀਂ ਹੋ ਸਕਦਾ ਕਿ ਕਿਸੇ ਪਸ਼ੂ ਦਾ ਜਿਹੜਾ ਵਾ ਲਹੂ ਉਹ ਕਿਸੇ ਦੇ ਪਾਪ ਦੂਰ ਕਰ ਦੇਵੇ। ਹਾਂਜੀ। इसी कारण वह जगत में आते समय कहता है, ਹੂੰ। बलिदान और भेंट तूने तूने न चाही, हाँ जी। पर मेरे लिए एक देह त्याग की। ਹਾਂ। होम बलियों और पाप बलियों से तू प्रसन्न नहीं हुआ। ਹਾਂਜੀ। तब मैंने कहा, देख मैं आ गया हूँ। पवित्र शास्त्र में मेरे विषय में लिखा हुआ है, ਹੂੰ। ताकि हे परमेश्वर तेरी इच्छा पूरी करूं। ਹਾਂ ਹੁਣ ਇਹ ਵੇਖੋ ਕਿ ਇਹ ਚੀਜ਼ਾਂ ਜਿਹੜੀਆਂ ਖਤਮ ਹੋਣ ਵਾਲੀਆਂ ਸੀ, ਜਿਹੜੀਆਂ ਨੇ ਖਤਮ ਹੋ ਗਈਆਂ, ਤੇ ਕੀ ਪਰਮੇਸ਼ਵਰ ਨੇ ਇਹਨਾਂ ਦੇ ਬਾਰੇ ਜਿਹੜੀ ਆ ਇਹ ਗੱਲ ਕੀਤੀ, ਜਿਹੜੀ ਆ 10 ਆਗਿਆਵਾਂ, ਇਹਨਾਂ ਦੇ ਬਾਰੇ ਤਾਂ ਕੋਈ ਗੱਲ ਨਹੀਂ ਨਾ। 10 ਆਗਿਆਵਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਲੀ ਨਹੀਂ ਆ। 10 ਆਗਿਆਵਾਂ ਦੇ ਵਿੱਚ ਉਹ ਬਲੀ ਕਿੰਨਾ ਚੀਜ਼ਾਂ 'ਚ ਆ? ਉਹ ਰੀਤੀਆਂ ਦੀ, ਜਿਹੜੀ ਆਦਮੀ ਦੀ ਰੀਤ ਸੀ। ਅੱਜ ਵੀ ਜਿਹੜੀ ਆ ਉਹ ਰੀਤੀ ਰਿਵਾਜ ਮੰਨੇ ਜਾਂਦੇ ਆ ਬਹੁਤ ਸਾਰੇ, ਵੀ ਹੁਣ ਸਾਲ ਆ ਗਿਆ ਵਾ, ਹੁਣ ਜਿਹੜਾ ਸਾਡੇ ਬਜ਼ੁਰਗ ਜਾਂ ਐਕਸਪਾਇਰ ਹੋਏ ਸੀ ਉਹਨਾਂ ਦੇ ਵਰੀਨੇ ਦੀ ਬੰਦਗੀ ਕੀਤੀ ਜਾਵੇ, ਕਰਦੇ ਆ ਨਾ, ਉਹ ਲੋਕਾਂ ਦੀ ਰੀਤ ਆ। ਅੱਜ ਬਹੁਤ ਸਾਰੀਆਂ ਰੀਤੀ ਰਿਵਾਜ ਜਿਹੜੇ ਹਰ ਸਾਲ ਲੋਕੀ ਕਰਦੇ ਆ, ਪਰ ਅਸੀਂ ਹੁਣ ਮਸੀਹ ਦੇ ਵਿੱਚ ਆ, ਅਸੀਂ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਰੀਤੀ ਰਿਵਾਜ ਦੀ ਜਿਹੜਾ। ਪਰ ਪਰਮੇਸ਼ਵਰ ਨੇ ਜਿਹੜੀਆਂ ਨੇ ਇਹ ਰੀਤੀ ਰਿਵਾਜ ਵਾਲੀਆਂ ਵਿਵਸਥਾ ਸੀ ਜਿੰਦੇ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸੀ, ਇਹਨਾਂ ਨੂੰ ਪਰਮੇਸ਼ਵਰ ਨੇ ਕੀ ਕਰ ਦਿੱਤਾ? ਖਤਮ ਕਰ ਦਿੱਤਾ। ਇਹ ਸਾਲ ਬਾਅਦ ਆਉਂਦੀਆਂ ਹੁੰਦੀਆਂ ਸੀ ਜਾ ਕੇ। ਫਸਾ ਦੇ ਤਿਉਹਾਰ ਤੇ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਹੋਈ। ਤੇ ਜਦੋਂ ਅਸੀਂ ਪੜ੍ਹਦੇ ਆ ਮੱਤੀ ਦੀ ਕਿਤਾਬ, ਉਹਦਾ 5 ਅਧਿਆਏ, ਉਹਦਾ 17, 18 ਔਰ 19 ਬਚਨ, ਪਰਮੇਸ਼ਵਰ ਕੀ ਕਹਿੰਦਾ ਵਾ? ਹਾਂਜੀ। ਵਿਵਸਥਾ ਦੀ ਸਿੱਖਿਆ ਪ੍ਰਭੂ ਯਿਸੂ ਮਸੀਹ ਜਿਹੜਾ ਆਪਣੇ ਚੇਲਿਆਂ ਨੂੰ ਦੇ ਰਿਹਾ ਵਾ। 5 ਅਧਿਆਏ, ਉਹਦਾ 17, 18। यह न समझो कि मैं व्यवस्था के विषय वक्ताओं की पुस्तकों को लोप करने आया हूँ। ਹਾਂ ਪ੍ਰਭੂ ਯਿਸੂ ਮਸੀਹ ਕਹਿੰਦਾ ਇਹ ਨਾ ਸਮਝੋ ਕਿ ਤੇ ਮੈਂ ਵਿਵਸਥਾ ਤੇ ਭਵਿਸ਼ਯ ਵਕਤਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਖਤਮ ਕਰਨ ਆਇਆ ਵਾਂ। ਹਾਂਜੀ। लोप करने नहीं परंतु पूरा करने आया हूँ। ਹਾਂ ਕਹਿੰਦਾ ਮੈਂ ਇਹਨਾਂ ਨੂੰ ਪੂਰਾ ਕਰਨ ਜਿਹੜਾ ਵਾ ਉਹ ਆਇਆ ਵਾਂ। ਮੈਂ ਇਹਨਾਂ ਨੂੰ ਜਿਹੜਾ ਵਾ ਖਤਮ ਕਰਨ ਕਦੇ ਵਾਸਤੇ ਜਿਹੜਾ ਵਾ ਉਹ ਨਹੀਂ ਆਇਆ। ਤੇ ਕੀ ਆ ਅੱਜ ਲੋਕਾਂ ਨੂੰ ਜਿਹੜਾ ਉਹ ਸਿਖਾਇਆ ਜਾਂਦਾ ਹੈ ਕਿ ਪਰਮੇਸ਼ਵਰ ਨੇ ਜਿਹੜੀ ਆ ਨੈਤਿਕ ਵਿਵਸਥਾ ਜਿਹੜੀ ਦਿੱਤੀ ਆ, ਇਹਦਾ ਇੱਕ ਹਿੱਸਾ ਅਗਰ ਅਸੀਂ ਇਹਦਾ ਉਲੰਘਣ ਕਰਦੇ ਆ ਤੇ ਅਸੀਂ ਜਿਹੜਾ ਵਾ ਉਹ ਕਰ ਸਕਦੇ ਆ। ਪਰ ਪਰਮੇਸ਼ਵਰ ਦਾ ਵਚਨ ਦੱਸਦਾ ਕਿ ਮੈਨੂੰ ਖਤਮ ਕਰਨ ਨਹੀਂ, ਮੈਂ ਪੂਰਾ ਕਰਨਾ ਹੈ। ਕਿਉਂਕਿ ਸਬਤ ਦਾ ਦਿਨ ਜਿਹੜਾ ਵਾ ਦੱਸਿਆ ਗਿਆ ਕਿ ਯਾਦ ਰੱਖ ਕੇ, ਚੇਤੇ ਰੱਖ ਕੇ ਪਵਿੱਤਰ ਮੰਨਣ ਦੇ ਲਈ ਆਖਿਆ ਗਿਆ। ਹੁਣ ਸਬਤ ਦੇ ਦਿਨ ਨੂੰ ਇਹ ਹਰ ਰੋਜ਼ ਨੈਤਿਕ ਵਿਵਸਥਾ ਦੇ ਵਿੱਚ ਆਉਂਦਾ ਵਾ, ਪਰ ਹਰ ਰੋਜ਼ ਸਬਤ ਦਾ ਦਿਨ ਨਹੀਂ ਹੁੰਦਾ। ਤੇ ਫਿਰ ਇਹ 7ਵੇਂ ਦਿਨ ਕਿਵੇਂ ਨੈਤਿਕ ਵਿਵਸਥਾ 'ਚ ਕਿਵੇਂ ਆ ਗਿਆ? ਸਵਾਲ ਹੈ ਨਾ। ਨੈਤਿਕ ਚੀਜ਼ਾਂ ਕੀ ਹੁੰਦੀਆਂ? ਨੈਤਿਕ ਕਾਰਜ ਸਾਡੇ ਕੀ ਹੁੰਦੇ ਆ? ਸਵੇਰੇ ਉੱਠ ਕੇ ਬੁਰਸ਼ ਕਰਨਾ, ਮੂੰਹ ਧੋਣਾ, ਨਹਾਉਣਾ, ਹਨਾ, ਆਪਣੇ ਕੱਪੜੇ ਪ੍ਰੈਸ ਕਰਨਾ, ਸੈਰ ਤੇ ਜਾਣਾ, ਬਹੁਤ ਸਾਰੀਆਂ ਗੱਲਾਂ ਨੈਤਿਕ ਜਿਹੜੀਆਂ ਕਾਰਜ ਦੇ ਵਿੱਚ ਆਉਂਦੀਆਂ ਨੇ, ਜਿਹੜੇ ਅਸੀਂ ਹਰ ਰੋਜ਼ ਕੰਮ ਕਰਦੇ ਹਾਂ। ਇਸੇ ਤਰ੍ਹਾਂ ਹੀ 10 ਆਗਿਆਵਾਂ ਜਿਹੜੀਆਂ ਸਾਡੇ ਨੈਤਿਕ ਕੰਮਾਂ ਦੇ ਵਿੱਚ ਆਉਂਦੀਆਂ, ਲੇਕਿਨ ਚੌਥੀ ਆਗਿਆ ਜਿਹੜੀ ਆ ਇਹ ਦਿਖਾਉਂਦੀ ਆ ਕਿ ਅੱਜ ਅਗਰ ਅਸੀਂ ਸਬਤ ਦੇ ਦਿਨ ਦੇ ਵਿੱਚ ਆਏ ਤੇ ਫਿਰ 7ਵੇਂ ਦਿਨ ਆਉਣਾ, ਫਿਰ ਅਸੀਂ ਜਿਹੜੇ 6 ਦਿਨ ਅਸੀਂ ਕੰਮ ਕਰਨਾ, ਫਿਰ 7ਵੇਂ ਦਿਨ ਅਸੀਂ ਸਬਤ ਦੇ ਵਿੱਚ ਆਉਣਾ। ਇਹ ਤੇ ਹਰ ਰੋਜ਼ ਦੇ ਵਿੱਚ ਨਹੀਂ ਆਈ। ਤਾਂ ਹੀ ਪਰਮੇਸ਼ਰ ਨੇ ਆਖਿਆ ਕਿ ਤੂੰ ਇਹਨੂੰ ਸਮਰਨ ਰੱਖਣਾ, ਯਾਦ ਰੱਖਣਾ। ਪਹਿਲੇ ਦਿਨ ਤੋਂ ਯਾਦ ਰੱਖਣਾ ਸ਼ੁਰੂ ਕਰ ਦੇਣਾ ਹੈ, ਫਿਰ ਦੂਜੇ ਦਿਨ ਵੀ ਯਾਦ ਰੱਖਣਾ ਹੈ, ਤੀਜੇ ਦਿਨ ਵੀ ਯਾਦ ਰੱਖਣਾ ਹੈ। ਆਪਦੀ ਤਿਆਰੀ ਕਰਦੇ ਰਹਿਣਾ, 7ਵੇਂ ਦਿਨ ਜਾ ਕੇ ਇਹਨੂੰ ਪਵਿੱਤਰ ਮੰਨਣਾ। ਤੇ ਸਾਨੂੰ ਕੀ ਆ ਪਰਮੇਸ਼ਵਰ ਨੇ ਜਿਹੜਾ ਵਾ, ਅੱਛਾ ਇੱਕ ਚੀਜ਼ ਹੋ ਰਿਹਾ, ਪਹਿਲਾ ਯੋਹਨਾ 2 ਅਧਿਆਏ, ਇਹਦਾ 6ਵਾਂ ਵਚਨ ਪੜ੍ਹ ਦੀਜੀਏ। 3 ਤੋਂ 6 ਤੱਕ ਪੜ੍ਹ ਸਕਦੇ ਹਾਂ। ਤੇ ਕੀ ਪਰਮੇਸ਼ਵਰ ਨੇ ਵਿਵਸਥਾ ਨੂੰ ਖਤਮ ਕਰ ਦਿੱਤਾ ਸੀ? ਜੇ ਖਤਮ ਕੀਤਾ ਸੀ, ਕਿਹੜੀ ਵਿਵਸਥਾ ਨੂੰ ਖਤਮ ਕੀਤਾ ਸੀ? ਰੀਤੀਆਂ ਦੀ ਵਿਵਸਥਾ ਨੂੰ। ਮਤਲਬ ਦੋਨਾਂ ਚੋਂ ਇੱਕ ਵਿਵਸਥਾ ਨੂੰ ਪਰਮੇਸ਼ਵਰ ਨੇ ਖਤਮ ਕੀਤਾ। ਧਿਆਨ ਨਾਲ, ਪਰਮੇਸ਼ਵਰ ਨੇ ਦੋਨਾਂ ਵਿਵਸਥਾ ਦੇ ਵਿੱਚੋਂ ਇੱਕ ਵਿਵਸਥਾ ਨੂੰ ਖਤਮ ਕੀਤਾ। ਇੱਕ ਰੀਤੀਆਂ ਦੀ ਵਿਵਸਥਾ, ਮਤਲਬ ਬੱਕਰੀਆਂ ਦੀ ਬਲੀਆਂ ਚੜਾਉਣ ਵਾਲੀਆਂ ਜਾਂ ਕੋਈ ਵੀ ਬਲੀ ਚੜਾਉਣ ਵਾਲੀ ਵਿਵਸਥਾ ਸੀ, ਜਾਂ ਤੇ ਉਹਨੂੰ ਖਤਮ ਕੀਤਾ ਜਾਂ 10 ਆਗਿਆਵਾਂ ਨੂੰ, ਦੋਨਾਂ ਚੋਂ ਇੱਕ ਨੂੰ ਖਤਮ ਕੀਤਾ। ਤੇ ਬਲੀਆਂ ਚੜਾਉਣ ਵਾਲੀ ਵਿਵਸਥਾ ਤੇ ਖਤਮ ਹੋ ਗਈ, ਤੇ ਰਹਿ ਕਿਹੜੀ ਗਈ?
10 ਆਗਿਆਵਾਂ ਅਜੇ ਵੀ ਮੰਨੀਆਂ ਜਾਂਦੀਆਂ ਨੇ ਤੇ ਪਰਮੇਸ਼ਵਰ ਨੇ ਜਿਨ੍ਹਾਂ ਨੂੰ ਖਤਮ ਕੀਤਾ ਸੀ ਉਹਨਾਂ ਨੇ ਖਤਮ ਕੀਤਾ ਤੇ ਜਿਹੜੀਆਂ ਨਹੀਂ ਖਤਮ ਕੀਤੀਆਂ ਹੁਣ ਤੱਕ ਜਿਹੜੀਆਂ ਬਚੀਆਂ ਹੋਈਆਂ ਨੇ ਉਹਨਾਂ ਦੇ ਬਾਰੇ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਕੀ ਕਹਿੰਦਾ ਵਾ। ਹਾਂਜੀ ਪੜ੍ਹ ਦੀजिए 3 ਤੋਂ 6 ਤੱਕ। ਪਹਿਲਾ यूहन्ना 2 अध्याय 3 ਤੋਂ 6 वचन। यदि हम उसकी आज्ञाओं को मानेंगे तो इससे हम जान लेंगे कि हम उसे जान गए हैं। ਹਾਂ ਕਹਿੰਦਾ ਜੇ ਅਸੀਂ ਉਹਦੀਆਂ ਆਗਿਆਵਾਂ ਨੂੰ ਮੰਨਾਂਗੇ ਨਾ, ਕਿਹੜੀਆਂ ਆਗਿਆਵਾਂ ਨੂੰ? ਬਲੀ ਚੜਾਉਣ ਵਾਲੀਆਂ ਨੂੰ। ਫਿਰ ਕਿਹੜੀਆਂ ਆਗਿਆਵਾਂ ਨੂੰ ਮੰਨਾਂਗੇ ਤਾਂ? 10 ਹੁਕਮਾਂ ਨੂੰ। ਕਹਿੰਦਾ ਜੇ ਅਸੀਂ ਉਹਦੀਆਂ ਆਗਿਆਵਾਂ ਨੂੰ 10 ਆਗਿਆਵਾਂ ਨੂੰ ਜਾਂ ਅਸੀਂ ਮੰਨਾਂਗੇ। ਹਾਂਜੀ यदि हम उसकी आज्ञाओं को मानेंगे तो इससे हम जान लेंगे कि हम उसे जान गए हैं। ਹਾਂ ਜੇ ਅਸੀਂ ਉਹਦੀਆਂ 10 ਆਗਿਆਵਾਂ ਨੂੰ ਮੰਨਦੇ ਹਾਂ ਤੇ ਫਿਰ ਹੀ ਸਾਨੂੰ ਪਤਾ ਲੱਗਦਾ ਕਿ ਅਸੀਂ ਪਰਮੇਸ਼ਵਰ ਨੂੰ ਜਾਣ ਗਏ ਹਾਂ। ਤੇ ਜੇ 10 ਵਿੱਚੋਂ ਕਿਸੇ ਇੱਕ ਨੂੰ ਵੀ ਅਸੀਂ ਭੁੱਲ ਜਾਂਦੇ ਹਾਂ ਤੇ ਅਸੀਂ ਕੀ ਆ? 10 ਦੇ ਦੋਸ਼ੀ ਆ, ਫਿਰ ਅਸੀਂ ਪਰਮੇਸ਼ਵਰ ਦੇ ਨਹੀਂ ਆ। ਬਿਲਕੁਲ ਜਿਹੜਾ ਸਾਫ਼ ਬਾਈਬਲ ਨੇ ਬਿਆਨ ਕੀਤਾ। ਹਾਂਜੀ ਅੱਗੇ। जो कोई यह कहता है मैं उसे जान गया हूँ ਹਾਂਜੀ और उसकी आज्ञाओं को नहीं मानता हम्म। वह झूठा है। ਹਾਂ ਹੁਣ ਵੇਖੋ ਕਹਿੰਦਾ ਕਿ ਜਿਹੜਾ ਕੋਈ ਇਹ ਆਖੇ ਕਿ ਮੈਂ ਉਸ ਪਰਮੇਸ਼ਵਰ ਨੂੰ ਜਾਣ ਗਿਆ ਵਾਂ, ਉਸ ਸੱਚੇ ਪਰਮੇਸ਼ਵਰ ਦੇ ਬਾਰੇ ਮੈਨੂੰ ਪਤਾ ਲੱਗ ਗਿਆ ਵਾ, ਪਰ ਉਹਦੀਆਂ ਆਗਿਆਵਾਂ ਨੂੰ ਨਹੀਂ ਮੰਨਦਾ, ਉਹ ਕੀ ਆ? ਝੂਠਾ ਹੈ। ਤੇ ਹੁਣ ਇਹ ਵੇਖ ਲਓ ਵੀ ਜਿੰਨੇ ਵੀ ਜਿਹੜੇ ਇਸ ਸਬਤ ਦੀ ਆਗਿਆ ਨੂੰ ਖਤਮ ਕਰਕੇ ਆਪਣੀ ਮਰਜ਼ੀ ਦੇ ਨਾਲ ਪਹਿਲੇ ਦਿਨ ਬੰਦਗੀ ਕਰਦੇ ਆ, ਕਿੰਨੇ ਕੁ ਸੱਚੇ ਆ? ਬਾਈਬਲ ਦੱਸ ਰਹੀ ਆ, ਅਸੀਂ ਨਹੀਂ ਦੱਸ ਰਹੇ। ਕੀ ਆ? ਜਮਾ ਝੂਠ ਆ। ਤੇ ਸਾਨੂੰ ਕੀ ਆ? ਅਸੀਂ ਝੂਠੇ ਨਹੀਂ ਬਣਨਾ, ਸਾਨੂੰ ਕੋਈ ਦੋਸ਼ ਨਾ ਲਾਵੇ, ਕਿਉਂਕਿ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਇਹ ਕਹਿੰਦਾ ਕਿ ਜਿਹੜਾ ਉਹਨੂੰ ਜਾਣਦਾ ਏ, ਕਹਿੰਦਾ ਵੀ ਮੈਂ ਉਹਨੂੰ ਮੰਨਦਾ ਵਾਂ ਤੇ ਉਹਦੀਆਂ ਆਗਿਆਵਾਂ ਦੇ ਉੱਤੇ ਨਹੀਂ ਚੱਲਦਾ ਤੇ ਉਹ ਕੀ ਆ? ਝੂਠਾ ਆ। ਹਾਂਜੀ ਅੱਗੇ। पर जो कोई उसके ਔਰ ਉਸਮੇ ਸत्य ਨਹੀਂ, ਸਚਾਈ ਨਹੀਂ ਆ ਉਹਦੇ ਵਿੱਚ। ਹਾਂਜੀ पर जो कोई उसके वचन पर चले ਹਾਂਜੀ इसमें सचमुच परमेश्वर का प्रेम सिद्ध हुआ है। ਹਾਂ ਜਿਹੜੇ ਪਰਮੇਸ਼ਵਰ ਦੇ ਵਚਨਾਂ ਦੇ ਉੱਤੇ ਚੱਲਦੇ ਆ ਉਹਨਾਂ ਦੇ ਵਿੱਚ ਹੀ ਪਰਮੇਸ਼ਵਰ ਦਾ ਪਿਆਰ ਕੀ ਆ? ਸਿੱਧ ਹੋਇਆ। ਉਹਨਾਂ ਦੇ ਵਿੱਚ ਹੀ ਪਰਮੇਸ਼ਵਰ ਦਾ ਪਿਆਰ ਪਾਇਆ ਜਾਂਦਾ। ਉਹ ਇੱਕ ਸਬੂਤ ਦੀ ਤਰ੍ਹਾਂ ਕੰਮ ਕਰਦੇ ਆ। ਹਾਂਜੀ इसी से हम जानते हैं कि हम उसमें हैं। ਹਾਂਜੀ जो कोई यह कहता है कि मैं उसमें बड़ा रहता हूँ उसे चाहिए कि आप भी वैसा ही चले जैसा वह चलता था। ਹਾਂ ਕਹਿੰਦਾ ਕਿ ਜਿਹੜਾ ਕੋਈ ਪਰਮੇਸ਼ਵਰ ਦੇ ਵਿੱਚ ਦੱਸਦਾ ਕਿ ਮੈਂ ਉਹਦੇ ਵਿੱਚ ਹਾਂ ਤੇ ਜਾਂ ਪਰਮੇਸ਼ਵਰ ਦੇ ਵਿੱਚ ਚੱਲਦਾ ਏ ਤੇ ਕਹਿੰਦਾ ਉਹਨੂੰ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਜਿਵੇਂ ਪ੍ਰਭੂ ਯਿਸੂ ਮਸੀਹ ਚੱਲਦਾ ਸੀ। ਵੇਖੋ ਜਿਹੜਾ ਵਾ ਨੈਤਿਕ ਵਿਵਸਥਾ ਤੇ ਰੀਤੀਆਂ ਦੀ ਵਿਵਸਥਾ ਦੇ ਵਿੱਚ ਜਿਹੜਾ ਅਸੀਂ ਫਰਕ ਜਾਣਦੇ ਹਾਂ ਅੱਜ, ਜਾਂ ਫਿਰ ਅਸੀਂ ਫਰਕ ਸਿੱਖਿਆ ਤੇ ਪਰਮੇਸ਼ਵਰ ਜਿਹੜਾ ਵਾ ਪਰਮੇਸ਼ਵਰ ਦੇ ਨਾਲ ਇੱਕ ਜਿਹੜਾ ਵਾ ਚੰਗਾ ਸੰਬੰਧ ਜਿਹੜਾ ਵਾ ਉਹ ਬਣਾਉਣ ਦੀਆਂ ਵਿਧੀਆਂ ਦੇ ਬਾਰੇ ਜਿਹੜਾ ਅਸੀਂ ਸਿੱਖਿਆ ਕਿ ਨੈਤਿਕ ਵਿਵਸਥਾ ਨੂੰ ਅਗਰ ਅਸੀਂ ਪਾਲਣਾ ਕਰਾਂਗੇ ਤੇ ਸਾਡੇ ਪਰਮੇਸ਼ਵਰ ਦੇ ਨਾਲ ਔਰ ਇਸ ਸੰਸਾਰ ਦੇ ਨਾਲ ਜਿਹੜੇ ਆ ਉਹ ਚੰਗੇ ਵਧੀਆ ਸੰਬੰਧ ਬਣਨਗੇ। ਤੇ ਇਹਦਾ ਮਤਲਬ ਹੈ ਫਿਰ ਅਗਰ ਕੋਈ ਕਲੀਸਿਆ ਜਾਂ ਕੋਈ ਮਿਸ਼ਨ ਜਾਂ ਫਿਰ ਕੋਈ ਆਦਮੀ ਸਾਨੂੰ ਪਰਮੇਸ਼ਰ ਦੀਆਂ 10 ਆਗਿਆਵਾਂ ਨਹੀਂ ਸਿਖਾਉਂਦਾ ਤੇ ਫਿਰ ਸਾਨੂੰ ਉਹਦੇ ਅਨੁਸਾਰ ਨਹੀਂ ਚੱਲਣਾ ਚਾਹੀਦਾ। ਕਿਉਂਕਿ ਅਗਰ ਵਚਨ ਪੜ੍ਹਦੇ ਆ ਕਹਿੰਦਾ ਵਚਨ ਦੇ ਵਿੱਚ ਕਹਿੰਦਾ ਅਗਰ ਅੱਜ ਤੁਸੀਂ ਮੇਰੀ ਆਵਾਜ਼ ਨੂੰ ਪਹਿਚਾਨਦੇ ਹੋ ਤਾਂ ਕੀ ਕਰੋ? ਇਹਨਾਂ ਵਿੱਚੋਂ ਬਾਹਰ ਆ ਜਾਓ। ਅਗਰ ਅਸੀਂ ਜਿੱਥੇ ਵੀ ਕਿਤੇ ਪਰਮੇਸ਼ਵਰ ਦੀਆਂ ਆਗਿਆਵਾਂ ਦੇ ਵਿੱਚ ਅਸੀਂ ਨਹੀਂ ਰਹਿੰਦੇ ਤੇ ਸਾਨੂੰ ਕੀ ਆ? ਇਹਨਾਂ ਚੋਂ ਬਾਹਰ ਜਿਹੜਾ ਵਾ ਉਹ ਆ ਜਾਣਾ ਚਾਹੀਦਾ। ਇੱਕ ਲਾਸਟ ਜਿਹੜਾ ਉਹ ਵਰਸ ਪੜ੍ਹਦੇ ਆ ਯਾਕੂਬ ਦੀ ਕਿਤਾਬ 2 ਅਧਿਆਏ ਇਹਦਾ 10ਵਾਂ ਵਚਨ। ਪਰਮੇਸ਼ਵਰ ਕਿਸ ਚੀਜ਼ ਦੇ ਬਾਰੇ ਇਹ ਗੱਲ ਕਰਦਾ? ਯਾਕੂਬ ਦੀ ਕਿਤਾਬ 2 ਅਧਿਆਏ ਉਹਦਾ 10ਵਾਂ ਵਚਨ। क्योंकि जो कोई सारी व्यवस्था का पालन करता है। ਹਾਂ ਇਹ ਅੱਜ ਦਾ ਕਨਕਲੂਜਨ ਵਰਸ ਆ ਕਿ ਜਿਹੜਾ ਵੀ ਕੋਈ ਪੂਰੀ ਵਿਵਸਥਾ ਦੀ ਪਾਲਣਾ ਕਰਦਾ ਹੈ, ਉਸ ਵਿਵਸਥਾ ਦੀ ਪਾਲਣਾ ਕਰਦਾ ਜਿਹੜੀ ਰੱਦ ਨਹੀਂ ਕੀਤੀ ਗਈ, ਉਸ ਵਿਵਸਥਾ ਦੀ ਪਾਲਣਾ ਕਰਦੀ ਜਿਹੜੀ ਅੱਜ ਵੀ ਬਰਕਰਾਰ ਆ, ਉਸ ਵਿਵਸਥਾ ਦੀ ਕੋਈ ਵੀ ਪਾਲਣਾ ਕਰਦਾ ਹੈ ਜਿਹੜੀਆਂ 10 ਆਗਿਆਵਾਂ ਦੇ ਵਿੱਚ ਆਉਂਦੀਆਂ ਨੇ। ਹਾਂਜੀ परंतु एक भी बात में चूक जाए ਹਾਂ ਅਗਰ ਇੱਕ ਵੀ ਗੱਲ ਦੇ ਵਿੱਚੋਂ ਚੂਕ ਜਾਵੇ, ਇੱਕ ਵੀ ਗੱਲ ਚੋਂ ਰਹਿ ਜਾਵੇ
वह सब बातों में दोषी ठहर चुका है। ਹਾਂ ਸਾਰੀਆਂ ਗੱਲਾਂ ਦੇ ਵਿੱਚੋਂ ਦੋਸ਼ੀ ਠਹਿਰ ਚੁੱਕਿਆ। ਹੁਣ ਅਸੀਂ ਵੇਖਦੇ ਹਾਂ ਸਾਰੀਆਂ ਗੱਲਾਂ ਦੇ ਵਿੱਚ ਦੋਸ਼ੀ ਕਿਵੇਂ ਹੋ ਗਿਆ। ਵੇਖੋ ਸਾਰੀਆਂ ਗੱਲਾਂ 'ਚ ਸਿਰਫ ਸਬਤ ਦਾ ਦਿਨ ਆਗਿਆ ਤੋੜਨ ਦੇ ਨਾਲ ਅਸੀਂ ਸਾਰੀਆਂ ਗੱਲਾਂ 'ਚ ਦੋਸ਼ੀ ਕਿਵੇਂ ਹੋ ਸਕਦੇ ਹਾਂ। ਪਹਿਲੀ ਗੱਲ ਕਿ ਅਸੀਂ ਸਬਤ ਦਾ ਦਿਨ ਮੰਨ ਲਓ ਇਹਨੂੰ ਅਪਵਿੱਤਰ ਅਸਫਲ ਹੋ ਗਏ। ਸਬਤ ਦੇ ਦਿਨ ਨੂੰ ਪਵਿੱਤਰ ਮੰਨਣ ਦੇ ਵਿੱਚ ਅਸੀਂ ਕਾਮਯਾਬ ਨਹੀਂ ਰਹਿ ਸਕੇ। ਤੇ ਕੀ ਦੱਸਿਆ ਗਿਆ ਵੀ ਅਗਰ ਅਸੀਂ ਸਬਤ ਦੇ ਦਿਨ ਦੀ ਪਾਲਣਾ ਨਹੀਂ ਕਰਦੇ ਫਿਰ ਅਸੀਂ ਉਸ ਸੱਚੇ ਪਰਮੇਸ਼ਰ ਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਬੰਦਗੀ ਕਰ ਰਹੇ ਹਾਂ। ਪਹਿਲੀ ਆਗਿਆ ਟੁੱਟ ਗਈ। और नाल ही तू खुदी हुई मूर्तों को दंडवत करना ना करना, ये दूसरी आज्ञा टूट गई। क्योंकि समूएल की किताब पढ़ीए ਉਹਦੇ ਚ ਦੱਸਿਆ ਕਿ ਹੱਠ ਕਰਨਾ ਤੇ ਗ੍ਰਹਿ ਦੇਵਤਾਂ ਦੀ ਮੂਰਤੀ ਪੂਜਾ ਕਰਨ ਦੇ ਬਰਾਬਰ ਆ। ਠੀਕ ਆ। ਔਰ ਜਿਹੜਾ ਬਲਵਾ ਕਰਨਾ ਭਾਵੀ ਕਹਿਣੇ ਵਾਲਿਆਂ ਦੀ, ਜਿਹੜਾ ਪਰਮੇਸ਼ਰ ਦੀ ਆਗਿਆ ਨੂੰ ਤੋੜਨਾ, ਉਹ ਜਾਦੂ ਟੂਣੇ ਵਾਲਿਆਂ ਕੋ ਪੁੱਛਣਾ ਇੱਕੋ ਹੀ ਸਮਾਨ ਪਾਪ ਆ। ਕਹਿੰਦਾ ਮਤਲਬ ਅਸੀਂ ਮੂਰਤੀ ਪੂਜਾ ਵੀ ਕਰ ਦਿੱਤੀ। ਫਿਰ ਪਰਮੇਸ਼ਰ ਦਾ ਨਾਮ ਵਿਅਰਥ ਨਾ ਲੈਣਾ। ਪਰਮੇਸ਼ਰ ਨੇ ਸੱਦਿਆ ਸ਼ਨੀਵਾਰ ਨੂੰ, ਅਸੀਂ ਅਗਲੇ ਦਿਨ ਜਾਈਏ। ਮੰਨ ਲਓ ਆਪਾਂ ਨੂੰ ਕੋਈ ਮਜਬੂਰੀ ਹੋਵੇ, ਕੋਈ ਚੰਗੀ ਫਸੀ ਹੋਵੇ, ਮੈਂ ਤੁਹਾਡੇ ਚੋਂ ਕਿਸੇ ਇੱਕ ਨੂੰ ਬੁਲਾਵਾਂ ਵੀ ਮੇਰੇ ਕੋਲੇ ਆਓ, ਉਦੋਂ ਨਾ ਆ ਕੇ ਉਸ ਤੋਂ ਅਗਲੇ ਦਿਨ ਆਓ। ਇੱਕ ਪੰਜਾਬੀ ਦੀ ਕਹਾਵਤ ਹੈ, ਈਦ ਪਿੱਛੋਂ ਤੰਬਾ ਫੂਕਣਾ। ਈਦ ਹੀ ਟੱਪ ਗਈ, ਹੁਣ ਮੈਂ ਨਵਾਂ ਪਜਾਮਾ ਪਾ ਕੇ ਕੀ ਕਰਨਾ ਹੈ। ਜਿੱਦਣ ਈਦ ਸੀ ਮੈਂ ਤੇ ਉਦੋਂ ਪਾਉਣਾ ਸੀ, ਤੇ ਜਿੱਦਣ ਪਰਮੇਸ਼ਰ ਨੇ ਬੁਲਾਇਆ ਸੀ ਅਸੀਂ ਤੇ ਉਦੋਂ ਜਾਣਾ ਸੀ। ਉਸ ਤੋਂ ਅਗਲੇ ਦਿਨ ਜਾ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ ਆ? ਪਰਮੇਸ਼ਰ ਦਾ ਨਾਮ ਵਿਅਰਥ ਲਿਆ ਗਿਆ। ਚੌਥੀ ਆਗਿਆ ਤੇ ਅਸਫਲ ਹੋ ਗਏ ਅਸੀਂ, ਉਹਨੂੰ ਨਹੀਂ ਮੰਨ ਸਕੇ। ਉਸ ਤੋਂ ਬਾਅਦ ਆਪਣੇ ਮਾਤਾ ਆਪਣੇ ਪਿਤਾ ਦਾ ਆਦਰ ਕਰ। ਤੇ ਫਿਰ ਕੀ ਆ? ਮਲਾਕੀ ਦੀ ਕਿਤਾਬ ਪੜ੍ਹੀ, ਉਹਦੇ ਚ ਕਹਿੰਦਾ ਜੇ ਤੁਸੀਂ ਮੈਨੂੰ ਆਪਣਾ ਪਿਤਾ ਸਮਝਦੇ ਜੇ ਤੇ ਮੇਰਾ ਆਦਰ ਕਿੱਥੇ ਆ? ਜੇ ਮੈਨੂੰ ਸੁਆਮੀ ਸਮਝਦੇ ਤਾਂ ਮੇਰਾ ਡਰ ਕਿੱਥੇ ਆ? ਤੇ ਫਿਰ ਉਹ ਅਗਰ ਸਾਡਾ ਸਵਰਗੀ ਪਿਤਾ ਵਾ, ਅਸੀਂ ਉਹਦਾ ਆਦਰ ਨਹੀਂ ਕੀਤਾ। ਜੇ ਉਹ ਸਾਡਾ ਮਾਲਕ ਹੈ ਤੇ ਅਸੀਂ ਉਹਦਾ ਡਰ ਨਹੀਂ ਰੱਖਿਆ। ਠੀਕ ਹੈ। ਉਸ ਤੋਂ ਬਾਅਦ ਹੱਤਿਆ ਨਾ ਕਰਨਾ, ਤੇ ਮਤਲਬ ਕਿਸੇ ਦਾ ਖੂਨ ਨਹੀਂ ਕਰਨਾ। ਫਿਰ ਅਸੀਂ ਕਿੰਨੀਆਂ ਰੂਹਾਂ ਦਾ ਖੂਨ ਕਰ ਦਿੰਦੇ ਆ ਜਦੋਂ ਉਹਨਾਂ ਨੂੰ ਝੂਠ ਦੱਸਦੇ ਆ, ਅਸੀਂ ਪਰਮੇਸ਼ਵਰ ਦੀ ਸੱਚਾਈ ਨਹੀਂ ਦੱਸਦੇ, ਤੇ ਕਿੰਨੀਆਂ ਰੂਹਾਂ ਅਸੀਂ ਬਰਬਾਦ ਕਰ ਦਿੱਤੀਆਂ। ਉਹਨਾਂ ਰੂਹਾਂ ਦਾ ਕਤਲ ਜਿਹੜਾ ਹੋਇਆ ਉਹ ਕਿੰਦੇ ਜ਼ਿੰਮੇ ਲੱਗੇਗਾ? ਜਿੰਨੇ ਸਮਝਾਇਆ, ਸਿਖਾਉਣ ਵਾਲੇ ਦੇ ਜ਼ਿੰਮੇ ਜਿਹੜਾ ਵਾ ਉਹ ਲੱਗੇਗਾ। ਔਰ ਤੂੰ ਵਿਚਾਰ ਨਾ ਕਰਨਾ, ਆਪਣੇ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਦੂਸਰੇ ਪਿੱਛੇ ਨਾ ਭੱਜੇ ਫਿਰਨਾ। ਤੇ ਇਹ ਵੀ ਕੀ ਹੋ ਗਿਆ? ਬੇਵਿਚਾਰ ਵੀ ਕਰ ਦਿੱਤਾ। ਫਿਰ ਤੂੰ ਝੂਠੀ ਗਵਾਹੀ ਨਾ ਦੇਣਾ। ਪਰਮੇਸ਼ਰ ਦੇ ਵਚਨ ਚ ਪੜਿਆ ਕੁਛ ਹੋਰ, ਸੁਣਾਇਆ ਆਪਣੀ ਮਰਜ਼ੀ ਦੇ ਨਾਲ, ਤੇ ਕੀ ਹੋ ਗਈ ਹੈ? ਝੂਠੀ ਗਵਾਹੀ। ਆਪਣੇ ਪੜੋਸੀ की पत्नी और उसकी संपत्ति का लालच ना करना। फिर ਅਸੀਂ ਕਹਦਾ ਰੂਹਾਂ ਦਾ ਲਾਲਚ ਕੀਤਾ ਵੀ ਇਹ ਵੀ ਲੋਕ ਮੇਰੇ ਕੋਲੇ ਆ ਜਾਣ, ਇਹ ਵੀ ਲੋਕ ਮੇਰੇ ਕੋਲੇ ਆ ਜਾਣ। ਇੱਕ ਆਗਿਆ ਤੋੜ ਕੇ ਅਸੀਂ ਦਸਾਂ ਦੇ ਦੋਸ਼ੀ ਕਿਵੇਂ ਠਹਿਰ ਚੁੱਕੇ ਹਾਂ। ਇਹ ਪਰਮੇਸ਼ਰ ਨੇ ਬੜੇ ਵਧੀਆ ਤਰੀਕੇ ਦੇ ਨਾਲ 10 ਆਗਿਆਵਾਂ ਇਸ ਹਿਸਾਬ ਨਾਲ ਬਣਾਈਆਂ ਕਿ ਅਗਰ ਅਸੀਂ ਇੱਕ ਦੇ ਨਾਲ ਇੱਕ ਕੜੀ ਜੁੜੀ ਹੁੰਦੀ ਹੈ, ਔਰ ਅਗਲੇ ਇੱਕ ਵੀ ਕੜੀ ਟੁੱਟ ਜਾਏ ਤੇ ਜੰਜੀਰ ਹੀ ਟੁੱਟ ਜਾਂਦੀ ਹੈ। ਤੇ ਪਰਮੇਸ਼ਰ ਨੇ ਇਸ ਹਿਸਾਬ ਦੇ ਨਾਲ ਇਹਨਾਂ 10 ਆਗਿਆਵਾਂ ਨੂੰ ਕੀਆ ਉਹ ਬਣਾਇਆ। ਤੇ ਅੱਜ ਅਸੀਂ ਕੀ ਸਿੱਖਿਆ ਕਿ ਜਿਹੜੀਆਂ ਪਰਮੇਸ਼ਵਰ ਨੇ 10 ਆਗਿਆਵਾਂ ਨੂੰ ਖਤਮ ਨਹੀਂ ਕੀਤਾ। ਜੇ ਪਰਮੇਸ਼ਵਰ ਨੇ 10 ਆਗਿਆਵਾਂ ਨੂੰ ਕਰੋਸ ਤੇ ਚੜ ਕੇ ਖਤਮ ਕਰ ਦਿੱਤਾ, ਫਿਰ ਅਸੀਂ ਚੋਰੀ ਵੀ ਕਰ ਸਕਦੇ ਹਾਂ, ਫਿਰ ਖੂਨ ਵੀ ਕਰ ਸਕਦੇ ਹਾਂ, ਫਿਰ ਅਸੀਂ ਠੱਗੀ ਵੀ ਮਾਰ ਸਕਦੇ ਹਾਂ, ਫਿਰ ਅਸੀਂ ਕਿਸੇ ਦੀ ਪੂਜਾ ਕਰ ਸਕਦੇ ਹਾਂ, ਕਿਸੇ ਦੀ ਮੂਰਤੀ ਬਣਾ ਕੇ ਪੂਜਾ ਕਰ ਸਕਦੇ ਹਾਂ, ਪਰਮੇਸ਼ਵਰ ਦਾ ਨਾਮ ਵਿਅਰਥ ਵੀ ਲੈ ਸਕਦੇ ਹਾਂ। ਤੇ ਜੇ ਪਰਮੇਸ਼ਵਰ ਨੇ ਇਹਨਾਂ ਨੂੰ ਖਤਮ ਨਹੀਂ ਕੀਤਾ, ਤੇ ਫਿਰ ਉਤਪਤੀ ਤੋਂ ਲੈ ਕੇ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਅੱਜ ਤੱਕ, ਤੇ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਦੂਸਰੀ ਵਾਰੀ ਨਹੀਂ ਆਉਂਦਾ, ਉਹਨਾਂ ਚਿਰ ਤੱਕ ਟਿਕਿਆ ਹੋਇਆ। ਸਮਝ ਲੱਗੀ ਨਾ? ਨੈਤਿਕ ਵਿਵਸਥਾ ਕੀ ਆ ਔਰ ਰੀਤੀਆਂ ਦੀ ਵਿਵਸਥਾ ਕੀ ਆ? ਰੀਤੀਆਂ ਦਾ ਕਾਨੂੰਨ ਕੀ ਆ? ਜਿਹੜਾ ਸਾਲ ਬਾਅਦ ਆਉਣ ਵਾਲਾ ਜਿਹੜਾ ਰੀਤਾਂ ਹੁੰਦੀਆਂ ਸੀ ਉਹਨਾਂ ਦਾ ਕਾਨੂੰਨ ਕੀ ਆ? ਤੇ ਹਰ ਰੋਜ਼ ਮੰਨਣ ਵਾਲਾ ਕਾਨੂੰਨ ਕੀ ਆ? ਅੱਜ ਅਸੀਂ ਇਸ ਚੀਜ਼ ਦੇ ਬਾਰੇ ਸਿੱਖਿਆ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇ, ਔਰ ਤੁਹਾਡੇ ਸਾਰਿਆਂ ਦੀ ਰੱਖਿਆ ਕਰੇ।